गुरबाणी की लड़ीवार कथा विचार श्रवण कर रहे हो। सतगुरु की पवित्र बाणी का फरमान है, सबसे ऊपर गुर शब्द विचार। ठीक है, सेवा करनी बड़ी चंगी गल है, सिमरन करना ये होर भी चंगी गल है। संगत विच बैठ के कीर्तन कथा नूं सरवण करना बहुत ही चंगी गल है। बाणी पढ़नी पाठ करना ये भी बहुत वधिया शलाघायोग उपराला है। पर गरीबनवाज सतगुरु जी आखदे ने, हर गुरसिख माई भाई नूं गुरु शब्द की विचार नाल जुड़ना चाहिए। जे आपां सतगुरु दे आत्मिक दीदार करने हैं, जो प्रभु को मिलबो चाहे खोज शब्द में ले, फिर गुरबाणी के विचार नाल जुड़ना पवेगा। साडे सिखां दे प्रथम गुरु जिन्हां दी उचारण कीती हुई पावन पवित्र अमृत रूप बाणी जपजी साहिब जी की कथा आप संगतां सरवण कर रहे हो। उन्हां दे पवित्र वचन हैं, बाणी डरलो विचार से, जे को गुरमुख होए, यह बाणी महापुरख की निज कर वसा होए। गुरबाणी पढ़ने वाले, सुनने वाले, सेवा करने वाले, संगत करने वाले बहुत सारे गुरसिख माई भाई प्रेमी जान सत्संगी पुरुष मिल जाते हैं। पर बाणी की सही अर्थां विच विचार करनी ये बहुत औखी है। इसलिए गरीबनवाज सतगुरु जी फरमाते हैं, जे किसी ने गुरबाणी की विचार करनी है, सब तो पहला उसनूं अपना जीवन गुरबाणी के सांचे में ढालना पैंदा है। जे को गुरमुख होए, उन्होंने गुरमुख बनना पवेगा। जिहड़ा आप गुरमुख बन जाता है, गुरु के वचनों नूं कमाउंदा है, गुरु के उपदेशों नूं मनदा है, गुरबाणी के विचार नूं आचार दे विच लै आउंदा है, उन्होंने गुरमुख आखदे हैं। जिसका आचार गुरबाणी के विचार के नाल मेल खावे वो गुरमुख है। जे कहनी ते करनी का सुमेल नहीं, फिर हाले गुरमुख नहीं बने। इसलिए गरीबनवाज सतगुरु जी सानू समझाते हैं, गुरमुख का जीवन किहो जिहा हुंदा है। जीआं निर्मल, बाहरों निर्मल, बाहरों ता निर्मल, जीओ निर्मल, सतगुर ते करनी कमानी। जिसका आचार भी शुद्ध है, जिसका विचार भी शुद्ध है, वो गुरमुख है। कि जे गुरबाणी की विचार करनी, पहला अपने आचार के विचार नूं शुद्ध करने की लोड़ है। जे असीं अपने आचार के विचार नूं शुद्ध नहीं करते, फिर ठीक है, असीं जिन्ना मर्जी प्रचार भी कर लीए, कथा विचार भी कर लीए, जे कहनी ते करनी का सुमेल नहीं, तो सतगुरु कहते हैं, तुहाडा कीता होया प्रचार वक्ती तौर पर श्रोतियां नूं प्रभावित जरूर करेगा, पर लंबा समा
ਵਿਚਾਰਾਂ ਦਾ ਪ੍ਰਭਾਵ ਨਹੀਂ, ਸਾਡੀ ਆਚਾਰ ਦਾ ਪੈਂਦਾ। ਪ੍ਰੈਕਟੀਕਲ ਜੀਵਨ ਦੀ ਲੋੜ ਹੈ। ਗੁਰਮੁਖ ਦਾ ਜੀਵਨ ਪ੍ਰੈਕਟੀਕਲ ਹੁੰਦਾ, ਤੇ ਜਿਹੜੇ ਆਮ ਪ੍ਰਚਾਰਕ ਨੇ ਉਹਨਾਂ ਦਾ ਜੀਵਨ ਕੇਵਲ ਇੱਕ ਕਲਾਕਾਰ ਵਰਗਾ ਹੁੰਦਾ ਹੈ। ਉਹਨਾਂ ਕੋਲ ਬੋਲਣ ਦੀ ਕਲਾ ਹੁੰਦੀ ਹੈ, ਪਰ ਜੀਵਨ ਨਹੀਂ। ਜੀਵਨ ਤੇ ਸਤਿਗੁਰੂ ਦੀ ਕਿਰਪਾ ਦੁਆਰਾ ਹੀ ਪ੍ਰਾਪਤ ਹੁੰਦਾ ਹੈ। ਇਸੇ ਵਾਸਤੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਫਰਮਾਉਂਦੇ ਹਨ, ਬਾਣੀ ਦੀ ਵਿਚਾਰ ਕੋਈ ਵਿਰਲਾ ਹੀ ਕਰ ਸਕਦਾ ਹੈ। ਕਿਉਂ? ਉਹਦੇ ਲਈ ਇੱਕ ਸ਼ਰਤ ਹੈ, ਜੇ ਕੋਈ ਗੁਰਮੁਖ ਹੋਵੇ ਉਸ ਨੂੰ ਗੁਰਮੁਖ ਬਣਨਾ ਪਵੇਗਾ। ਜਿਹੜਾ ਗੁਰਮੁਖ ਬਣ ਜਾਵੇਗਾ ਤੇ ਫਿਰ ਉਹ ਗੁਰਬਾਣੀ ਦੀ ਵਿਚਾਰ ਕਰੇ। ਭਾਵ ਗੁਰਬਾਣੀ ਦੀ ਵਿਚਾਰ ਨੂੰ ਆਚਾਰ ਰਾਹੀਂ ਪ੍ਰਗਟ ਕਰਨਾ, ਇਹ ਗੁਰਮੁਖ ਵਿਅਕਤੀ ਦਾ ਹੀ ਕੰਮ ਹੋਇਆ ਕਰਦਾ ਹੈ। ਇਲਮ ਬਾ ਅਮਲ, ਜੇ ਇਲਮ ਦੇ ਨਾਲ ਅਮਲ ਨਹੀਂ ਤਾਂ ਹਾਲੇ ਇਲਮ ਅਧੂਰਾ ਹੈ। ਜੇ ਇਲਮ ਦੇ ਨਾਲ ਅਮਲ ਵੀ ਨਾਲ ਹੋ ਜਾਵੇ ਤੇ ਫਿਰ ਸਮਝ ਲਓ ਉਹ ਵਿਦਵਾਨ ਪੂਰਾ ਹੈ। ਇਸੇ ਲਈ ਸਤਿਗੁਰੂ ਕਹਿੰਦੇ ਨੇ, ਇਹ ਬਾਣੀ ਮਹਾਂਪੁਰਖ ਕੀ। ਗੁਰਮੁਖੋ, ਇਹ ਬਾਣੀ ਮਹਾਂਪੁਰਖ, ਇੱਥੇ ਅਕਾਲ ਪੁਰਖ ਵਾਹਿਗੁਰੂ ਦਾ ਵਾਚਕ ਹੈ। ਮੈਂ ਹੂੰ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਪਾਤਸ਼ਾਹੀ ਦਸਵੀਂ ਬਚਿੱਤਰ ਨਾਟਕ ਵਿੱਚ ਉਸ ਅਕਾਲ ਪੁਰਖ ਨੂੰ ਪਰਮ ਪੁਰਖ ਆਖਦੇ ਨੇ। ਮਹਾਂਪੁਰਖ ਤੇ ਪਰਮ ਪੁਰਖ ਦੇ ਅਰਥ ਸਮਾਨ ਹਨ। ਗੁਰੂ ਨਾਨਕ ਸਾਹਿਬ ਇਹ ਬਾਣੀ ਮਹਾਂਪੁਰਖ ਹੀ ਆਖਦੇ ਨੇ। ਇਹ ਬਾਣੀ ਮਹਾਂਪੁਰਖ, ਉਸ ਪਰਮ ਪੁਰਖ ਅਕਾਲ ਪੁਰਖ ਦੀ ਹੈ। ਇਸ ਵਾਸਤੇ ਜਿਸ ਗੁਰਸਿੱਖ ਮਾਈ ਪਾਈ ਨੇ ਉਸ ਬਾਣੀ ਦੀ ਵਿਚਾਰ ਨੂੰ ਕਰਨਾ ਹੋਵੇ ਤੇ ਫਿਰ ਉਹਨੂੰ ਪ੍ਰੈਕਟੀਕਲ ਜੀਵਨ ਬਣਾਉਣਾ ਚਾਹੀਦਾ ਹੈ। ਤੇ ਜਿਹੜਾ ਗੁਰਬਾਣੀ ਦੇ ਨਾਲ ਜੁੜਦਾ ਹੈ, ਨਿਜ ਘਰ ਵਸਾ ਹੋਏ, ਫਿਰ ਉਹਦਾ ਆਪਣੇ ਨਿਜ ਘਰ ਦੇ ਵਿੱਚ, ਨਿਜ ਘਰ ਤੋਂ ਮੁਰਾਦ ਹੈ ਇੱਕ ਉਹ ਘਰ ਹੈ ਜਿਹਦੇ ਵਿੱਚ ਅਸੀਂ ਨਹੀਂ, ਸਾਡਾ ਪਰਿਵਾਰ ਰਹਿੰਦਾ। ਇਹ ਉਸ ਘਰ ਦੀ ਗੱਲ ਨਹੀਂ, ਨਿਜ ਘਰ ਉਹਨੂੰ ਨਹੀਂ ਆਖਿਆ। ਸਤਿਗੁਰੂ ਕਹਿੰਦੇ ਨੇ, ਡੱਡਾ ਡੇਰਾ ਇਹ ਨਹੀਂ, ਦਹਿ ਡੇਰਾ ਤਹਿ ਜਾਨ। ਇਹ ਘਰ ਅਸਲੀ ਘਰ ਨਹੀਂ ਜਿੱਥੇ ਅਸੀਂ ਬੈਠੇ ਹਾਂ। ਜੋ ਘਰ ਛੱਡ ਗੁਆਵਣਾ, ਸੋ ਲੱਗਾ ਮਨ ਮਾਹੇ। ਜਿੱਥੇ ਜਾਏ ਤੁਧ ਵਰਤਣਾ, ਤਿਸ ਕੀ ਚਿੰਤਾ ਨਾ ਹੈ। ਉਹ ਘਰ ਕੋਈ ਹੋਰ ਹੈ। ਇਹ ਘਰ ਮਿੱਟੀ ਦਾ ਘਰ ਹੈ। ਇਹਨੂੰ ਤੇ ਇੱਕ ਦਿਨ ਛੱਡ ਕੇ ਭੁਲਾਉਣਾ ਪਵੇਗਾ, ਗਵਾਉਣਾ ਪਵੇਗਾ। ਪਰ ਉਹ ਘਰ ਜਿੱਥੇ ਜਾ ਕੇ ਹਮੇਸ਼ਾ ਸਾਡੀ ਰੂਹ ਨੇ ਨਿਵਾਸ ਕਰਨਾ, ਉਸ ਘਰ ਦੀ ਚਿੰਤਾ ਕਰਨ ਦੀ ਲੋੜ ਹੈ। ਪਰ ਉਸ ਘਰ ਦੀ ਚਿੰਤਾ ਹਰ ਕੋਈ ਨਹੀਂ ਕਰਦਾ। ਜਿਸ ਉੱਤੇ ਵਾਹਿਗੁਰੂ ਦੀ ਮਿਹਰ ਹੋਵੇ ਉਹੀ ਅਗਲੇ ਘਰ ਦਾ ਫਿਕਰ ਕਰਦਾ। ਨਹੀਂ ਤੇ ਇਹਨਾਂ ਘਰਾਂ ਦੀ ਚਿੰਤਾ ਹੀ ਵੱਡ ਖਾਈ ਜਾਂਦੀ। ਸਾਰੀ ਸ਼ਕਤੀ, ਸਾਰਾ ਸਮਾਂ ਆ ਦੁਨਿਆਵੀ ਘਰ ਬਣਾਉਣ ਲਈ ਆਦਮੀ ਖਤਮ ਕਰ ਦਿੰਦਾ। ਅਗਲੇ ਘਰ ਦਾ ਫਿਕਰ ਕੋਈ ਵਿਰਲਾ ਹੀ ਕਰਦਾ ਹੈ ਜਿਸ ਉੱਤੇ ਵਾਹਿਗੁਰੂ ਦੀ ਮਿਹਰ ਹੋਵੇ। ਇਹ ਘਰ ਸੰਸਾਰੀ ਦੁਨਿਆਵੀ ਘਰ ਹੋ ਸਕਦਾ ਹੈ, ਪਰ ਦਰਗਾਹੀ ਘਰ ਇਸ ਤੋਂ ਵੱਖਰਾ ਹੈ। ਹਜ਼ੂਰ ਕਹਿੰਦੇ, ਜਦੋਂ ਬਾਣੀ ਨਾਲ ਜੁੜੋਗੇ ਫਿਰ ਤੁਹਾਡਾ ਨਿਜ ਘਰ ਦੇ ਵਿੱਚ, ਜਿਹੜਾ ਤੁਹਾਡੀ ਰੂਹ ਦਾ ਘਰ ਹੈ, ਜਿੱਥੇ ਤੁਹਾਡੀ ਰੂਹ ਨੇ ਜਾ ਕੇ ਰਹਿਣਾ, ਭਾਵ ਵਾਹਿਗੁਰੂ ਦਾ ਸੱਚਖੰਡ, ਉੱਥੇ ਤੁਹਾਨੂੰ ਨਿਵਾਸ ਪ੍ਰਾਪਤ ਹੋਵੇਗਾ ਜਦੋਂ ਗੁਰਬਾਣੀ ਨਾਲ ਜੁੜੋਗੇ। ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ, ਇੱਕ ਵਾਰ ਕਲਗੀਧਰ ਪਾਤਸ਼ਾਹ ਸਾਹਿਬ ਦੇ ਕਮਾਲ ਦੇ ਚਰਨਾਂ ਦੇ ਵਿੱਚ
ਗੁਰਸਿੱਖਾਂ ਨੇ ਬੇਨਤੀ ਕੀਤੀ, ਹੈ ਗਰੀਬਨ ਨਿਵਾਜ ਸਤਿਗੁਰੂ ਜੀ, ਬਾਣੀ ਦਾ ਮਹਾਤਮ ਕੀ ਹੈ? ਬਾਣੀ ਤੇ ਬਾਣਾ ਦੋ ਦਾਤਾਂ ਤੁਸਾਂ ਖਾਲਸੇ ਨੂੰ ਬਖਸ਼ਿਸ਼ ਕੀਤੀਆਂ ਨੇ। ਬਾਣੀ ਤੇ ਬਾਣੇ ਦਾ ਮਹਾਤਮ ਕੀ ਹੈ, ਮਹੱਤਵ ਕੀ ਹੈ? ਤਾਂ ਗਰੀਬਨ ਨਿਵਾਜ ਸਤਿਗੁਰੂ ਜੀ ਕਹਿਣ ਲੱਗੇ, ਕੋਈ ਗੱਲ ਨਹੀਂ, ਦੱਸਾਂਗੇ। ਇੱਕ ਦਿਨ ਦੀ ਗੱਲ ਹੈ, ਹਜ਼ੂਰ ਦੀਵਾਨ ਸਜਾ ਕੇ ਬੈਠੇ ਸਨ। ਬਹੁਤ ਸਾਰੀਆਂ ਸੰਗਤਾਂ ਸਤਿਗੁਰੂ ਦੇ ਦੀਦਾਰ ਕਰਨ ਵਾਸਤੇ ਆ ਰਹੀਆਂ ਸਨ। ਲਾਈਨ ਲੱਗੀ ਹੋਈ ਸੀ। ਇੱਕ ਸਾਧੂ ਆਇਆ, ਉਸਨੇ ਸਤਿਗੁਰੂ ਮਹਾਰਾਜ ਦੇ ਆ ਕੇ ਦਰਸ਼ਨ ਕੀਤੇ, ਕੁਛ ਭੇਟਾ ਵੀ ਅਰਪਣ ਕੀਤੀ ਹੈ। ਕੁਛ ਸਮਾਂ ਗੁਰੂ ਮਹਾਰਾਜ ਦੇ ਨਾਲ ਉਸ ਸਾਧੂ ਨੇ ਗੁਫ਼ਤਗੂ ਵੀ ਕੀਤੀ। ਕੁਛ ਸਮਾਂ ਵਿਚਾਰ ਵਟਾਂਦਰਾ ਕਰਕੇ ਫਿਰ ਵਾਪਸ ਚਲਿਆ ਗਿਆ। ਜਾਣ ਤੋਂ ਪਿੱਛੋਂ ਸਿੰਘਾਂ ਨੇ ਹਜ਼ੂਰ ਦੇ ਚਰਨਾਂ ਵਿੱਚ ਬੇਨਤੀ ਕੀਤੀ, ਮਹਾਰਾਜ ਅੱਜ ਉਹ ਸਾਧੂ ਆਇਆ ਸੀ, ਇਹ ਕੌਣ? ਤਾਂ ਗਰੀਬਨ ਨਿਵਾਜ ਸਤਿਗੁਰੂ ਜੀ ਕਹਿਣ ਲੱਗੇ, ਇਹ ਸਾਧੂ ਇਸ ਮਾਗ ਲੋਕ ਦਾ ਕੋਈ ਸੰਤ ਨਹੀਂ ਸੀ, ਕੋਈ ਮਹਾਤਮਾ ਨਹੀਂ ਸੀ। ਇਹ ਦੇਵ ਲੋਕ ਦਾ ਰਿਸ਼ੀ, ਬ੍ਰਹਮਾ ਦਾ ਪੁੱਤਰ ਨਾਰਦ ਮੁਨੀ ਸੀ। ਇਹ ਸਾਡੇ ਪਾਸ ਦਰਸ਼ਨ ਕਰਨ ਲਈ ਆਇਆ, ਕੁਝ ਸੰਦੇਸ਼ ਲੈ ਕੇ ਵੀ ਆਇਆ ਸੀ। ਮਹਾਰਾਜ ਆਹ ਜੋ ਭੇਟਾ ਆਪ ਜੀ ਨੂੰ ਕੀਤੀ ਹੈ, ਇਹ ਕੀ ਚੀਜ਼ ਹੈ, ਕੀ ਵਸਤੂ ਹੈ? ਤਾਂ ਗਰੀਬਨ ਨਿਵਾਜ ਸਤਿਗੁਰੂ ਜੀ ਕਹਿਣ ਲੱਗੇ, ਇਹ ਹਮਾਊਂ ਪੰਛੀ ਦੇ ਖੰਭ ਨੇ। ਹਮਾਊਂ ਪੰਛੀ ਕਿੱਥੇ ਰਹਿੰਦਾ ਹੈ? ਹਜ਼ੂਰ ਕਹਿਣ ਲੱਗੇ, ਉਹ ਹਮੇਸ਼ਾ ਅਰਸ਼ਾਂ ਦੇ ਵਿੱਚ ਹੀ ਰਹਿੰਦਾ ਹੈ, ਆਕਾਸ਼ ਵਿੱਚ ਉਡਾਰੀਆਂ ਮਾਰਦਾ ਹੈ, ਉਹ ਕਦੇ ਇਸ ਧਰਤੀ ਤੇ ਨਹੀਂ ਆਉਂਦਾ। ਇਹ ਗੱਲ ਸੁਣ ਕੇ ਸਿੰਘ ਹੈਰਾਨ ਹੋਏ। ਕਹਿੰਦੇ, ਮਹਾਰਾਜ ਫਿਰ ਇਹਨਾਂ ਖੰਭਾਂ ਦੀ ਕੋਈ ਤਾਰੀਫ, ਕੋਈ ਇਹਨਾਂ ਦੀ ਅਜ਼ਮਤ? ਤਾਂ ਗਰੀਬਨ ਨਿਵਾਜ ਸਤਿਗੁਰੂ ਜੀ ਕਹਿਣ ਲੱਗੇ, ਇਹਦੇ ਬਾਰੇ ਤੁਹਾਨੂੰ ਕੱਲ੍ਹ ਨੂੰ ਦੱਸਾਂਗੇ। ਭਾਈ ਜਵਾਹਰ ਸਿੰਘ ਜੀ ਗੁਰੂ ਮਹਾਰਾਜ ਦੇ ਹਜ਼ੂਰੀ ਸਿੰਘ ਸਨ, ਸੇਵਾਦਾਰ ਸਨ। ਉਹਨਾਂ ਨੂੰ ਕੋਲ ਬੁਲਾਇਆ, ਕਹਿਣ ਲੱਗੇ, ਭਾਈ ਜਵਾਹਰ ਸਿੰਘ ਜੀ, ਤੁਸੀਂ ਆ ਖੰਭ ਲੈ ਜਾਓ, ਜਿੱਥੇ ਕਾਰੀਗਰ ਸਾਡੇ ਸ਼ਸਤਰ ਤਿਆਰ ਕਰਦੇ ਨੇ, ਉਹਨਾਂ ਨੂੰ ਜਾ ਕੇ ਆਖੋ, ਜਿਹੜੇ ਸਾਡੇ ਨਵੇਂ ਤੀਰ ਤਿਆਰ ਕਰਨੇ ਹਨ, ਉਹਨਾਂ ਤੀਰਾਂ ਨੂੰ ਇਹ ਖੰਭ ਜੜ ਦੇਣ। ਭਾਈ ਜਵਾਹਰ ਸਿੰਘ ਜੀ ਖੰਭ ਲੈ ਕੇ ਗਏ। ਕਾਰੀਗਰਾਂ ਨੂੰ ਗੁਰੂ ਮਹਾਰਾਜ ਦਾ ਸੰਦੇਸ਼ ਦਿੱਤਾ। ਜਦੋਂ ਵੀ ਤੀਰ ਤਿਆਰ ਹੋਏ, ਭਾਈ ਜਵਾਹਰ ਸਿੰਘ ਜੀ ਕਲਗੀਧਰ ਪਾਤਸ਼ਾਹ ਦੇ ਕੋਲ ਲੈ ਕੇ ਹਾਜ਼ਰ ਹੋਏ। ਕਲਗੀਧਰ ਪਾਤਸ਼ਾਹ ਨੇ ਖਾਲਸਾ ਫੌਜ ਨੂੰ, ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ, ਖਾਲਸਾ ਫੌਜ ਨੂੰ ਹੁਕਮ ਕੀਤਾ, ਖਾਲਸਾ ਜੀ ਤਿਆਰ ਕਰ ਦਿਆ। ਸਿੰਘਾਂ ਨੇ ਘੋੜਿਆਂ ਤੇ ਕਾਠੀਆਂ ਪਾ ਲਈਆਂ, ਸ਼ਸਤਰ ਵਸਤਰ ਸਜਾ ਲਏ, ਰਣਜੀਤ ਨਗਾਰਾ ਵੱਜਿਆ। ਸਤਿਗੁਰੂ ਆਪ ਨੀਲੇ ਘੋੜੇ ਤੇ ਸਵਾਰ ਹੋਏ ਨੇ, ਸ਼ਿਕਾਰ ਲਈ ਗਏ ਨੇ। ਕੁਝ ਸਮਾਂ ਸ਼ਿਕਾਰ ਖੇਡਿਆ। ਉਸ ਤੋਂ ਬਾਅਦ ਸਤਿਗੁਰੂ ਨੇ ਖਾਲਸਾ ਫੌਜ ਨੂੰ ਹੁਕਮ ਕੀਤਾ, ਖਾਲਸਾ ਜੀ ਤੁਸੀਂ ਹੁਣ ਆਪਣੀ ਸ਼ਸਤਰ ਵਿਦਿਆ ਦੇ ਜੌਹਰ ਦਿਖਾਓ। ਸਾਰੇ ਸਿੰਘ ਬੜੇ ਪ੍ਰਸੰਨ ਹੋਏ। ਇੱਕ ਬਹੁਤ ਖੁੱਲ੍ਹਾ ਪੱਧਰਾ ਮੈਦਾਨ ਸੀ, ਗਰਾਊਂਡ ਸੀ। ਉਹਦੇ ਵਿੱਚ ਸਿੰਘਾਂ ਨੇ ਸ਼ਸਤਰ ਵਿਦਿਆ ਦੇ ਜੌਹਰ ਦਿਖਾਉਣੇ ਸ਼ੁਰੂ ਕੀਤੇ। ਤੀਰਅੰਦਾਜ਼ੀ ਹੋਈ, ਗੋਲੀਆਂ ਦੇ ਨਾਲ ਨਿਸ਼ਾਨੇ ਲਾਏ ਗਏ, ਨੇਜਾਬਾਜ਼ੀ ਦੇ ਜੌਹਰ ਦਿਖਾਏ ਗਏ, ਤਲਵਾਰਬਾਜ਼ੀ ਦੇ ਸਿੰਘਾਂ ਨੇ ਜੌਹਰ ਦਿਖਾਏ। ਅਖੀਰ ਤੇ ਕਲਗੀਧਰ ਪਾਤਸ਼ਾਹ ਕਹਿਣ ਲੱਗੇ, ਲੋ ਖਾਲਸਾ ਜੀ, ਇੱਕ ਹੁਣ ਅਸੀਂ ਸ਼ਸਤਰ ਵਿਦਿਆ ਦਾ ਜੌਹਰ ਦਿਖਾਉਣ ਜਾ ਰਹੇ ਹਾਂ। ਤੁਸੀਂ
ਬਚਨ ਧਿਆਨ ਦੇ ਨਾਲ ਸੁਣਨਾ। ਅਸੀਂ ਹੁਣ ਤੀਰ ਛੱਡਾਂਗੇ। ਜਿੱਥੇ ਵੀ ਤੀਰ ਵਾਪਸ ਮੁੜ ਕੇ ਡਿੱਗਣ, ਖਿਆਲ ਰੱਖਿਓ ਉਹ ਤੀਰ ਸਾਡੇ ਵਾਪਸ ਸਾਡੇ ਪਾਸ ਲੈ ਕੇ ਆਉਣੇ ਹਨ। ਮਹਾਰਾਜ ਸੱਚ ਬਚਨ। ਸਤਿਗੁਰੂ ਨੇ ਪਹਿਲਾ ਤੀਰ ਛੱਡਿਆ। ਦੇਖਦਿਆਂ ਦੇਖਦਿਆਂ ਉਹ ਤੀਰ ਆਕਾਸ਼ ਵਿੱਚ ਇੰਨਾ ਉੱਚਾ ਚਲਿਆ ਗਿਆ, ਉਹ ਦ੍ਰਿਸ਼ਟੀ ਤੋਂ ਵੀ ਓਹਲੇ ਹੋ ਗਿਆ। ਸਿੰਘਾਂ ਦੀ ਟੈਕਟਿਕ ਉਸ ਤੀਰ ਵੱਲ ਲੱਗੀ ਹੋਈ ਹੈ। 1 ਮਿੰਟ, 2 ਮਿੰਟ, 4 ਮਿੰਟ ਦੇਖਿਆ, ਪਰ ਉਹ ਤੀਰ ਵਾਪਸ ਮੁੜਦਾ ਹੀ ਕਿਸੇ ਨੂੰ ਨਜ਼ਰ ਨਾ ਆਇਆ। ਗਰੀਬਾਂ ਵਾਸ ਸਤਿਗੁਰੂ ਜੀ ਕਹਿਣ ਲੱਗੇ, ਭਾਈ ਹੁਣ ਦੂਜਾ ਤੀਰ ਛੱਡਣ ਲੱਗੀ। ਉਹ ਛੱਡਿਆ, ਉਹ ਵੀ ਕਿਸੇ ਨੂੰ ਵਾਪਸ ਮੁੜਦਾ ਨਜ਼ਰ ਨਹੀਂ ਆਇਆ। ਆਕਾਸ਼ ਨੂੰ ਜਾਂਦਾ ਤੇ ਦਿਸਿਆ, ਪਰ ਆਉਂਦਾ ਨਹੀਂ ਦਿਸਿਆ। ਆਖਿਰ ਵਾਰੋ ਵਾਰੀ 5 ਤੀਰ ਛੱਡੇ, ਪਰ ਉਹਨਾਂ 5 ਤੀਰਾਂ ਵਿੱਚੋਂ ਕੋਈ ਵੀ ਜਦੋਂ ਵਾਪਸ ਮੁੜ ਕੇ ਨਹੀਂ ਆਇਆ ਤਾਂ ਸਾਰੇ ਸਿੰਘ ਹੈਰਾਨ ਹੋ ਕੇ ਕਲਗੀਧਰ ਪਾਤਸ਼ਾਹ ਨੂੰ ਆ ਕੇ ਕਹਿਣ ਲੱਗੇ, ਇਹ ਗਰੀਬਨ ਵਾਸ ਸਤਿਗੁਰੂ ਜੀ, ਠੀਕ ਹੈ, ਆਪ ਜੀ ਬਹੁਤ ਵੱਡੇ ਦੁਨੀਆ ਦੇ ਤੀਰ ਅੰਦਾਜ਼ ਹੋ, ਤੰਤ ਬਾਣ ਦੀ ਵਿਦਿਆ ਦੇ ਵਿੱਚ ਆਪ ਬੜੇ ਨਿਪੁੰਨ ਹੋ, ਕੋਈ ਆਪ ਜੀ ਦਾ ਮੁਕਾਬਲਾ ਨਹੀਂ ਕਰ ਸਕਦਾ। ਆਪ ਜੀ ਦੇ ਤੀਰ ਕਈ ਕੋਹਾਂ ਤੱਕ ਮਾਰ ਕਰਦੇ ਹਨ, ਅਨੇਕਾਂ ਦੁਸ਼ਮਣਾਂ ਨੂੰ ਚੀਰ ਕੇ ਸੁੱਕੇ ਪਾਰ ਨਿਕਲ ਜਾਂਦੇ ਨੇ। ਪਰ ਮਹਾਰਾਜ ਐਸਾ ਤੇ ਅੱਗੇ ਕਦੀ ਨਹੀਂ ਹੋਇਆ। ਤੁਹਾਡੇ ਤੀਰ ਕਮਾਨ ਦੇ ਵਿੱਚੋਂ ਨਿਕਲੇ, ਵਾਪਸ ਮੁੜ ਕੇ ਨਾ ਆਏ ਹੋ। ਗਰੀਬਨ ਵਾਸ ਸਤਿਗੁਰੂ ਜੀ ਕਹਿਣ ਲੱਗੇ, ਇਹਦਾ ਵੀ ਕੋਈ ਕਾਰਨ ਹੈ। ਮਹਾਰਾਜ ਕਿਰਪਾ ਕਰੋ, ਦੱਸੋ। ਗਰੀਬਨ ਵਾਸ ਸਤਿਗੁਰੂ ਜੀ ਕਹਿਣ ਲੱਗੇ, ਤੁਸੀਂ ਸਵਾਲ ਕੀਤਾ ਸੀ ਬਾਣੀ ਤੇ ਬਾਣੀ ਦਾ ਮਹੱਤਵ ਕੀ ਹੈ। ਬਾਣਾ ਬਾਣੀ ਖੰਭ ਪਛਾਨੋ, ਸਿੰਘ ਗੁਰੂ ਕਾ ਪੰਛੀ ਜਾਨੋ, ਉਡ ਜਾਹੈ ਗੁਰਪੁਰੀ ਸੁਧਾਹੈ, ਜਾਂ ਮੈਂ ਭੇਦ ਨ ਰੰਚਕ ਪੈ ਹੈ। ਇਹ ਬਾਣਾ ਤੇ ਬਾਣੀ 2 ਖੰਭ ਨੇ। ਗੁਰੂ ਦਾ ਸਿੰਘ ਇੱਕ ਪੰਛੀ ਹੈ, ਜਿਸ ਦੇ ਕੋਲ ਗੁਰੂ ਦੀ ਬਾਣੀ ਤੇ ਬਾਣਾ ਹੈ। ਉਹ ਅੰਤ ਸਮੇਂ ਉਹਦੀ ਆਤਮਾ ਇਥੋਂ ਪ੍ਰਵਾਸ ਕਰੇਗੀ, ਨਿਜ ਘਰ ਵਾਸਾ ਹੋਈ। ਉਹ ਆਪਣੇ ਅਸਲੀ ਘਰ ਉੱਥੇ ਪਹੁੰਚ ਜਾਵੇਗਾ। ਕਿਉਂ? ਇਹ ਜਿਹੜੇ ਤੀਰ ਅੱਜ ਅਸੀਂ ਛੱਡੇ ਨੇ, ਇਹਨਾਂ ਨੂੰ ਹਮਾਊਂ ਪੰਛੀ ਦੇ ਖੰਭ ਲੱਗੇ ਹੋਏ ਸਨ। ਹਮਾਊਂ ਪੰਛੀ ਦੇ ਖੰਭਾਂ ਵਿੱਚ ਇੱਕ ਤਾਸੀਰ ਹੈ, ਇੱਕ ਅਜ਼ਮਤ ਹੈ, ਇੱਕ ਤਾਸੀਰ ਹੈ। ਜਿਸ ਤੀਰ ਨੂੰ ਲੱਗ ਜਾਂਦੇ ਨੇ, ਉਹ ਤੀਰ ਜਦੋਂ ਧਰਤ ਦੇ ਚਿੱਲੇ ਤੋਂ ਨਿਕਲਦਾ ਬਹੁਤ ਉੱਚਾ ਆਕਾਸ਼ ਦੇ ਵਿੱਚ ਚਲਿਆ ਜਾਂਦਾ ਹੈ, ਤੇ ਫਿਰ ਉਹ ਉਸ ਨੂੰ ਵਾਪਸ ਨਹੀਂ ਮੁੜਨ ਦਿੰਦੇ। ਜਿਵੇਂ ਆਮ ਤੌਰ ਤੇ ਪੁਰਾਣੇ ਸਮੇਂ ਦੇ ਵਿੱਚ ਵੀ ਇਹ ਗੱਲਾਂ ਅਕਸਰ ਸੁਣਨ ਵਿੱਚ ਆਉਂਦੀਆਂ ਸਨ, ਵੀ ਫਲਾਣੇ ਨੇ ਤੀਰ ਛੱਡਿਆ, ਗੋਲੀ ਛੱਡੀ, ਵਾਪਸ ਮੁੜ ਕੇ ਨਹੀਂ ਆਈ। ਤੇ ਪੁਰਾਣੇ ਬਜ਼ੁਰਗ ਸਾਡੇ ਆਖ ਦਿੰਦੇ ਸਨ ਵੀ ਉਹ ਉੱਪਰਲੀ ਹਵਾ ਵਿੱਚ ਚਲੇ ਗਏ ਨੇ, ਹੁਣ ਨਹੀਂ ਮੁੜ ਕੇ ਆਉਣਗੇ। ਠੀਕ ਹੈ, ਬਜ਼ੁਰਗ ਕਿਸ ਹਿਸਾਬ ਦੇ ਨਾਲ ਇਹ ਗੱਲ ਕਰਦੇ ਸਨ, ਇਹ ਇੱਕ ਵੱਖਰਾ ਵਿਸ਼ਾ ਹੈ। ਪਰ ਹੁਣ ਜਦੋਂ ਆਪਾਂ ਸਾਇੰਸ ਦੇ ਤਰੀਕੇ ਨਾਲ ਵੀ, ਹਿਸਾਬ ਦੇ ਨਾਲ ਵੀ ਸੋਚਦੇ ਹਾਂ, ਧਰਤੀ ਦੀ ਕਸ਼ਿਸ਼ ਕੁਛ ਦੂਰੀ ਤੱਕ ਹੈ। ਜਦੋਂ ਕੋਈ ਚੀਜ਼ ਧਰਤੀ ਦੀ ਕਸ਼ਿਸ਼ ਤੋਂ ਦੂਰ ਚਲੀ ਜਾਵੇ, ਫਿਰ ਉਹ ਧਰਤੀ ਵੱਲ ਨਹੀਂ ਆਉਂਦੀ, ਫਿਰ ਉੱਪਰ ਵੱਲ ਨੂੰ ਹੋ ਜਾਂਦੀ ਹੈ। ਕੁਛ ਇਹੋ ਜਿਹਾ ਹੀ ਕਾਰਨ ਕਲਗੀਧਰ ਪਾਤਸ਼ਾਹ ਨੇ ਇਸ ਕੌਤਕ ਦੁਆਰਾ ਵਰਤਾਇਆ ਹੋਵੇਗਾ ਕਿ ਉਹ ਤੀਰ ਉੱਪਰਲੀ ਹਵਾ ਵਿੱਚ ਚਲੇ ਗਏ, ਵਾਪਸ ਮੁੜ ਕੇ ਨਹੀਂ ਆਏ। ਤੇ ਸਤਿਗੁਰੂ ਕਹਿਣ ਲੱਗੇ, ਹਮਾਊਂ ਪੰਛੀ ਦੇ ਖੰਭਾਂ ਵਿੱਚ ਇਹ ਤਾਸੀਰ ਹੈ। ਉਹ ਇਹਨਾਂ ਤੀਰਾਂ ਨੂੰ ਆਪਣੇ ਦੇਸ਼ ਵਿੱਚ ਲੈ ਗਏ ਨੇ। ਨਾ ਉਹ ਪੰਛੀ ਇੱਥੇ ਆਉਂਦਾ ਤੇ ਨਾ ਹੀ ਹੁਣ ਉਹ ਤੀਰ ਵਾਪਸ ਆਉਣਗੇ। ਇਸੇ ਤਰ੍ਹਾਂ ਜਿਹੜੀ ਗੁਰੂ ਨਾਨਕ ਸਾਹਿਬ ਜੀ ਨੇ ਪਾਵਨ 10 ਸਰੂਪ ਧਾਰਨ ਕਰਕੇ ਗੁਰਸਿੱਖਾਂ ਨੂੰ
ਬਾਣੀ ਤੇ ਬਾਣੀ ਦੀ ਦਾਤ ਬਖਸ਼ਿਸ਼ ਕੀਤੀ ਹੈ, ਇਹ ਵੀ ਖੰਭ ਨੇ। ਤੁਸੀਂ ਜਦੋਂ ਬਾਣੀ ਤੇ ਬਾਣਾ ਗੁਰੂ ਦਾ ਧਾਰਨ ਕਰ ਲਵੋਗੇ, ਇਹ ਤੁਹਾਡੀ ਰੂਹ ਨੂੰ, ਆਤਮਾ ਨੂੰ ਖੰਭ ਲੱਗ ਜਾਣਗੇ। ਜਦੋਂ ਬਾਣੀ ਤੇ ਬਾਣੀ ਦੇ ਨਾਲ ਤੁਹਾਡਾ ਪਿਆਰ ਹੋਵੇਗਾ, ਆਉਂਦੇ ਸਮੇਂ ਇਹ ਸਤਿਗੁਰੂ ਦੀ ਬਾਣੀ ਤੇ ਗੁਰੂ ਦਾ ਬਾਣਾ ਤੁਹਾਨੂੰ ਸੱਚਖੰਡ ਵਿੱਚ ਲੈ ਜਾਵੇਗਾ। ਇਹ ਹੈ ਬਾਣੀ ਤੇ ਬਾਣੀ ਦਾ ਮਹਾਤਮ। ਬਾਣੀ ਬਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ, ਇਹ ਬਾਣੀ ਮਹਾਂਪੁਰਖ ਕੀ ਨਿਜ ਕਰ ਵਾਸਾ ਹੋਏ। ਇਹ ਬਾਣੀ ਦਾ ਤੇ ਬਾਣੀ ਦਾ ਮਹਾਤਮ ਹੈ, ਨਿਜ ਕਰ ਵਾਸਾ ਹੋਏ, ਸੱਚਖੰਡ ਦੇ ਵਿੱਚ ਵਾਸਾ ਪ੍ਰਾਪਤ ਹੋਣਾ। ਸੋ ਆਪ ਸੰਤਾਂ ਜਪਜੀ ਸਾਹਿਬ ਬਾਣੀ ਦੀ ਲੜੀਵਾਰ ਕਥਾ ਸਰਵਣ ਕਰ ਰਹੇ ਹੋ। 9 ਪੌੜੀਆਂ ਦੀ ਕਥਾ ਪਿੱਛੇ ਹੋ ਚੁੱਕੀ ਹੈ। 8 ਪੌੜੀਆਂ ਦੀ ਕਥਾ ਸਤਿਕਾਰਯੋਗ ਗਿਆਨੀ ਦਲਜੀਤ ਸਿੰਘ ਜੀ ਵਿਦਿਆਰਥੀ ਦਮਦਮੀ ਟਕਸਾਲ ਸੰਤਾਂ ਨੂੰ ਸਰਵਣ ਕਰਵਾ ਗਏ ਸਨ। ਹੁਣ ਅੱਗੇ ਕੱਲ 9ਵੀਂ ਪੌੜੀ ਦੀ ਕਥਾ ਆਪ ਸੰਤਾਂ ਨੇ ਸਰਵਣ ਕੀਤੀ, ਜਿਸ ਦੇ ਵਿੱਚ ਗੁਰੂ ਮਹਾਰਾਜ ਨੇ ਸਰਵਣ ਦਾ ਮਹਾਤਮ ਲਿਖਿਆ। ਸਰਵਣ ਤੋਂ ਭਾਵ ਹੈ ਜਿਹੜਾ ਅਸੀਂ ਗੁਰੂ ਦੇ ਮੁਖ ਤੋਂ ਉਪਦੇਸ਼ ਸੁਣਦੇ ਹਾਂ, ਜਦੋਂ ਅਸੀਂ ਉਸ ਉਪਦੇਸ਼ ਨੂੰ ਬਾਹਰਲੇ ਕੰਨਾਂ ਨਾਲ ਹੀ ਨਹੀਂ, ਅੰਦਰਲੇ ਕੰਨਾਂ ਦੇ ਨਾਲ ਸੁਣਦੇ ਹਾਂ, ਇਹ ਉਹਦਾ ਬਹੁਤ ਵੱਡਾ ਫਲ ਸਾਨੂੰ ਪ੍ਰਾਪਤ ਹੁੰਦਾ ਹੈ। ਕੋਈ ਮਹਾਂਪੁਰਖ ਸਨ, ਸੰਗਤ ਵਿੱਚ ਬੈਠ ਕੇ ਵਿਚਾਰ ਸਰਵਣ ਕਰਵਾ ਰਹੇ ਸਨ। ਮਹਾਂਪੁਰਖਾਂ ਨੇ ਇੱਕ ਸਵਾਲ ਕੀਤਾ ਸੰਗਤ ਦੇ ਸਰੋਤਿਆਂ ਦੇ ਅੱਗੇ, ਕਹਿਣ ਲੱਗੇ ਸਾਨੂੰ ਇਹ ਦੱਸੋ, ਉਸ ਪਰਮਾਤਮਾ ਨੇ ਹਰ ਇੱਕ ਮਨੁੱਖ ਨੂੰ ਜ਼ੁਬਾਨ ਇੱਕ ਦਿੱਤੀ ਹੈ ਤੇ ਕੰਨ 2 ਕਿਉਂ ਦਿੱਤੇ ਨੇ? ਇਹ ਗੱਲ ਸੁਣ ਕੇ ਇੱਕ ਸੱਜਣ ਉੱਠਿਆ, ਉਹ ਕਹਿਣ ਲੱਗਾ ਵੀ ਉਸ ਪਰਮਾਤਮਾ ਨੇ ਸਾਨੂੰ ਜ਼ੁਬਾਨ ਇੱਕ ਦਿੱਤੀ ਹੈ, ਇਹਦੇ ਨਾਲ ਜਿੰਨਾ ਵੀ ਵੱਧ ਤੋਂ ਵੱਧ ਬੋਲਿਆ ਜਾਵੇ ਤੇ ਓਨਾ ਹੀ ਬੋਲਣਾ ਚਾਹੀਦਾ, ਤੇ ਕੰਨ ਸਾਨੂੰ 2 ਇਸ ਲਈ ਦਿੱਤੇ ਨੇ ਤੇ ਜਿੰਨਾ ਬੋਲਣਾ ਉਦੋਂ ਵੱਧ ਸਾਨੂੰ ਸੁਣਨਾ ਚਾਹੀਦਾ। ਇਹ ਜ਼ੁਬਾਨ ਬੋਲਣ ਵਾਸਤੇ ਤੇ ਕੰਨ ਸੁਣਨ ਵਾਸਤੇ ਸਾਨੂੰ ਦਿੱਤੇ ਨੇ। ਤੇ ਨਾਲ ਹੀ ਉਹ ਸੱਜਣ ਕਹਿਣ ਲੱਗਾ 2 ਕੰਨ ਇਸ ਲਈ ਵੀ ਪ੍ਰਮਾਤਮਾ ਨੇ ਦਿੱਤੇ ਨੇ ਵੀ ਜਿਹੜੀ ਕੰਮ ਦੀ ਗੱਲ ਹੈ ਉਹ ਸੁਣ ਲਓ, ਦੂਜੇ ਨੂੰ ਛੱਡ ਦਿਓ। ਇਸ ਲਈ 2 ਕੰਨ ਦਿੱਤੇ ਨੇ। ਇੱਕ ਕੰਨ ਰਾਹੀਂ ਸੁਣੋ, ਦੂਜੇ ਪਾਸੇ ਕੱਢ ਦਿਓ, ਇਸ ਲਈ 2 ਕੰਨ ਦਿੱਤੇ ਨੇ। ਮਹਾਂਪੁਰਖ ਕਹਿਣ ਲੱਗੇ ਠੀਕ ਹੈ, ਬੈਠ ਗਏ। ਇੱਕ ਹੋਰ ਗੁਰਮੁਖ ਪਿਆਰਾ ਉੱਠਿਆ, ਉਹਨੂੰ ਮਹਾਂਪੁਰਖ ਕਹਿਣ ਲੱਗੇ ਭਾਈ ਤੂੰ ਦੱਸ, ਉਸ ਪਰਮਾਤਮਾ ਨੇ ਜ਼ੁਬਾਨ ਇੱਕ ਕੰਨ 2 ਕਿਉਂ ਦਿੱਤੇ ਨੇ? ਉਹ ਕਹਿੰਦਾ ਮਹਾਰਾਜ ਜ਼ੁਬਾਨ ਇੱਕ ਇਸ ਲਈ ਦਿੱਤੀ ਹੈ ਵੀ ਆਦਮੀ ਨੂੰ ਘੱਟ ਤੋਂ ਘੱਟ ਬੋਲਣਾ ਚਾਹੀਦਾ। ਸਤਿਗੁਰੂ ਦਾ ਹੁਕਮ ਵੀ ਹੈ ਕਿ ਹਰ ਗੁਰਸਿੱਖ ਮਾਈ ਭਾਈ ਨੂੰ ਥੋੜਾ ਬੋਲਣਾ ਚਾਹੀਦਾ। ਥੋੜਾ ਬੋਲਣ ਦੇ ਨਾਲ ਸਾਡੀ ਜਿਹੜੀ એનર્ਜੀ ਹੈ ਉਹ ਘੱਟ ਵੇਸਟ ਹੁੰਦੀ ਹੈ, ਕਿਉਂਕਿ ਬੋਲਣ ਦੇ ਨਾਲ ਵੀ ਸਾਡੀ ਸ਼ਕਤੀ ਸਰੀਰ ਦੀ ਨਸ਼ਟ ਹੁੰਦੀ, ਬਰਬਾਦ ਹੁੰਦੀ। ਜਿੰਨਾ ਘੱਟ ਬੋਲਾਂਗੇ ਤੁਹਾਡੀ ਜ਼ੁਬਾਨ ਦੇ ਵਿੱਚ ਰਸ ਆਵੇਗਾ, ਮਿਠਾਸ ਆਵੇਗੀ ਤੇ ਲੋਕ ਵੀ ਤੁਹਾਡੀ ਗੱਲ ਧਿਆਨ ਨਾਲ ਸੁਣਨਗੇ। ਜੇ ਬਹੁਤਾ ਬੋਲੀ ਜਾਓਗੇ, ਬਿਨਾਂ ਮਤਲਬ ਤੋਂ ਬੋਲੀ ਜਾਓਗੇ, ਫਿਰ ਲੋਕ ਧਿਆਨ ਦੇਣੋਂ ਹਟ ਜਾਂਦੇ ਨੇ। ਇਸ ਵਾਸਤੇ ਥੋੜਾ ਬੋਲਣ ਵਾਸਤੇ ਜ਼ੁਬਾਨ ਇੱਕ ਦਿੱਤੀ ਵੀ ਥੋੜਾ ਬੋਲਿਆ ਜਾਵੇ। ਕੰਨ 2 ਇਸ ਲਈ ਦਿੱਤੇ ਨੇ ਵੀ ਵੱਧ ਸੁਣਿਆ ਜਾਵੇ, ਸੁਣੋ ਵੱਧ, ਬੋਲੋ ਘੱਟ। ਤੇ ਆਦਮੀਆਂ ਦਾ ਸੁਭਾਅ ਹੁੰਦਾ, ਜਿੱਥੇ ਸਿਆਣੇ ਬੰਦੇ ਬੈਠ ਕੇ ਕੋਈ ਵਿਚਾਰ ਕਰਦੇ ਹੋਣ, ਉਹ ਤੇ ਜਦੋਂ ਕੋਈ ਲੋੜ ਹੁੰਦੀ ਹੈ ਜਾਂ ਉਹਨਾਂ ਨੂੰ ਕੋਈ ਆਖਦਾ ਫਿਰ ਉਹ ਅੱਗੋਂ ਬੋਲਦੇ ਨੇ। ਕਈਆਂ ਦਾ ਸੁਭਾਅ ਹੁੰਦਾ ਖਾਮ ਖਾਈ ਜਾ ਕੇ ਵਿੱਚ ਰੌਲਾ ਪਾ ਦੇਣਾ, ਉਹਨੂੰ ਕੋਈ ਵੀ ਚੰਗਾ ਨਹੀਂ ਸਮਝਦਾ।
इसलिए थोड़ा बोलो बहुता सुनो। तो दूसरी गल, ये दो कन इसलिए भी परमात्मा ने दिते ने, जे एक कन दे नाल पूरी गल नहीं सुनी दी, दूजे नाल सुन लो, सुनो ज़्यादा, सुनो ध्यान देना, ये नाल तुहानूं बहुता लाभ होवेगा। बोलन वाले नूं, बोलन वाले नालों सुनने वाले नूं लाभ ज़्यादा होंदा। क्यों? महापुरख संत बाबा अजैब सिंह जी गोपाल राय जी महापुरख होए ने, जिहड़े कि संत ज्ञानी गुरबचन सिंह जी खालसा पिंडरां वालियां दे गुरभाई सन। वो एक बचन कहिंदे सी, वो कहिंदे सन बई हर गुरसिख माई भाई नूं बई थोड़ा बोलना चाहिए ते सुनना ज़्यादा चाहिए। महापुरख भी दसदे सन भी जिन्हें स्टेज पर आके बोलना होंदा है ना, उस तो पहला उसनूं तैयारी भी करनी पैंदी है। कोई वो स्टीक पढ़ेगा, कोई प्रयाग पढ़ेगा, कुछ सुनेगा महापुरखों की विचार, फिर वो अगे स्टेज पर आके सुनाते। महापुरख दृष्टांत देंदे सन, हुण किसी के घर कोई मेहमान आउंदा है, असीं उहदे लई प्रशादा लंगर तैयार करना होंदा है। ते हुण लंगर तैयार करन वास्ते हुण कितना समा लगदा है, ये तो साडी अपनी इच्छा होंदी, असीं किस ढंग दे नाल आए मेहमानों की सेवा करनी है, किन्नियां सब्जियां किन्नियां आइटमां बनाउणियां ने, बहुत समा लगेगा। पर जिन्हें बैठ के छकना है तो उन्होंने 15 मिनटों में ही छक के वेला हो जाना उसने। इसी तरह जिसने कथा प्रचार करना होवे उन्होंने लंगर तैयार करने वालों पहला तैयारी करने वास्ते समा चाहिए। तो जिन्हें बैठ के सुनना है तो वो जिवें परोस के थाली मूहरे रख दे, उन्हें तो छक ही रहना है, वो गल होगी। इस वास्ते सुनने का ज़्यादा महात्म है। तो महापुरख कहन लगे, भाई तेरी गल ठीक है, तू जो कहना है ना भी सुनो, ध्यान दे नाल वध तो वध सुनो, उहदे नाल साडे मन नूं साडी रूह नूं प्रवास मिलदा है, साडी रूह नूं तृप्ति हासिल होंदी है। हुण गुरु नानक साहब सच्चे पातशाह ने 2 पौड़ियां में सरवण का महात्म पहला ही दर्शा दिता है। हुण अगे 2 पौड़ियां सरवण दीयां रहिंदियां ने, उहदी विचार सरवण करो ते एक वार प्यार दे नाल आखो सतनाम श्री वाहिगुरू साहिब जी। सत संतोख ज्ञान। धन धन श्री गुरु नानक देव महाराज फरमाते हैं, सुने इतने साधारण रूप दे विच आपां सुनते, इत्थे सुनते हैं। जे गुरुद्वारे की दहलीज तो आपां बाहर निकल के कोई पूछ लवे किहड़े शब्द की कथा हुई सी, किहड़े हुक्मनामे की किहड़ी पौड़ी की कथा हुई सी, उस वेले भुल जाता सब कुछ। पर जदों आपां ध्यान दे नाल सुनते हैं, अंदरले कन्नां दे नाल सुनते, फिर उहदा बहुत वड्डा फल सानूं प्राप्त होंदा। इसलिए हजूर कहते हैं श्रद्धा भावना एकाग्रता विचार ते विश्वास के नाल गुरबाणी सुननी चाहिए है। जदों श्रद्धा ते विचार के कन्नां दे नाल गुरबाणी सुनते हैं, गुरु उपदेश नूं सुनते हैं, फिर की प्राप्त होंदा है? सत संतोख ज्ञान। सत संतोख दया धर्म विचार, ये 5 गुण है। भावें इत्थे गुरु महाराज ने सत संतोख दोहां का जिक्र किया, पर ये नाल 3 होर भी ग्रहण कर लेने हैं। जदों असीं गुरु के मुख तो श्रद्धा भावना विचार ते विश्वास के नाल
ਗੁਰ ਉਪਦੇਸ਼ ਨੂੰ ਸੁਣਦੇ ਹਾਂ, ਉਹਦੇ ਨਾਲ ਸਭ ਤੋਂ ਪਹਿਲਾਂ ਸਾਨੂੰ ਸਤ ਸੰਤੋਖ ਆਦਿਕ ਦੈਵੀ ਗੁਣ ਪ੍ਰਾਪਤ ਹੋ ਜਾਂਦੇ ਨੇ। ਇਹ ਜਿਹੜੇ ਗੁਣ ਨੇ ਬਹੁਤ ਜ਼ਰੂਰੀ ਨੇ ਸਾਨੂੰ ਵੀ ਗ੍ਰਹਿਣ ਕਰਨੇ। ਕਿਉਂ? ਜਪਜੀ ਸਾਹਿਬ ਬਾਣੀ ਵਿੱਚ ਅੱਗੇ ਚੱਲ ਕੇ ਸਤਿਗੁਰੂ ਨੇ ਫਰਮਾਇਆ ਹੈ, ਸਭ ਗੁਣ ਤੇਰੇ ਮੈਂ ਨਾਹੀ ਕੋਏ, ਵੈਨ ਗੁਣ ਕੀਤੇ ਭਗਤ ਨਾ ਹੋਏ। ਬਿਨਾਂ ਗੁਣਾਂ ਨੂੰ ਧਾਰਨ ਕੀਤਿਆਂ ਵਾਹਿਗੁਰੂ ਦੀ ਭਗਤੀ ਨਹੀਂ ਹੋ ਸਕਦੀ। ਇਸੇ ਲਈ ਸਤਿਗੁਰੂ ਮਹਾਰਾਜ ਨੇ ਅੱਗੇ ਚੱਲ ਕੇ ਹੋਰ ਥਾਂ ਤੇ ਗੁਰਬਾਣੀ ਵਿੱਚ ਵੀ ਸਾਨੂੰ ਇਹ ਹਦਾਇਤ ਕੀਤੀ ਹੈ, ਗੁਣਾ ਕਾ ਹੋਵੇ ਵਾਸਲਾ ਕੜਵਾਸ ਲਈ ਜੈ, ਜੇ ਗੁਣ ਹੋਵਣ ਸਾਜਣਾ ਮਿਲ ਸਾਂਝ ਤੇ, ਸਾਂਝ ਕਰੀਜੈ ਗੁਣ ਹੈ ਤੇਰੀ, ਛੋੜ ਅਵਗਣ ਚਲੀ ਹੈ। ਗੁਣਾਂ ਦੀ ਸਾਂਝ ਕਰਨੀ, ਔਗਣਾਂ ਦੀ ਸਾਂਝ ਨਹੀਂ ਕਰਨੀ। ਜੇ ਗੁਲਾਬ ਦੇ ਫੁੱਲ ਨੂੰ ਕੰਡੇ ਲੱਗੇ ਨੇ, ਆਪਾਂ ਫੁੱਲ ਦੀ ਮਹਿਕ ਲੈਣੀ, ਕੰਡਿਆਂ ਨੂੰ ਨਹੀਂ ਹੱਥ ਲਾਉਣਾ। ਜੇ ਕੰਡਿਆਂ ਨੂੰ ਛੇੜਾਂਗੇ ਤੇ ਫਿਰ ਕੰਡਿਆਂ ਨੇ ਆਪਣਾ ਕੰਮ ਕਰਨਾ, ਉਹਨਾਂ ਨੇ ਸਾਨੂੰ ਜ਼ਖਮ ਲਾਉਣੇ ਨੇ, ਸਾਨੂੰ ਕਾਇਲ ਕਰਨਾ। ਤੇ ਜੇ ਫੁੱਲ ਦੀ ਖੁਸ਼ਬੂ ਨੂੰ ਲਵਾਂਗੇ ਤੇ ਸਾਨੂੰ ਖੇੜਾ ਬਖਸ਼ਿਸ਼ ਕਰਦੀ ਹੈ। ਨਾਨਕ ਭਗਤਾਂ ਸਦਾ ਵਿਗਾ। ਆਪਾਂ ਫੁੱਲਾਂ ਤੋਂ ਖੇੜਾ ਲੈਣਾ, ਨਾ ਕਿ ਕੰਡਿਆਂ ਨੂੰ ਹੱਥ ਪਾ ਕੇ ਆਪਣੇ ਆਪ ਨੂੰ ਲਹੂ ਲੁਹਾਨ ਕਰਨਾ। ਇਹ ਕੋਈ ਸਾਡੀ ਸਿਆਣਪ ਨਹੀਂ ਹੈ। ਸਾਂਝ ਗੁਣਾਂ ਦੀ ਕਰੋ, ਔਗਣਾਂ ਦੀ ਨਹੀਂ। ਬਹੁਤ ਸਾਰੇ ਇਹੋ ਜਿਹੇ ਵੀ ਸੱਜਣ ਹੁੰਦੇ ਨੇ। ਹੁਣ ਤੁਸੀਂ ਸੰਗਤ ਵਿੱਚ ਬੈਠੇ ਹੋ, ਗੁਰਬਾਣੀ ਦੀ ਵਿਚਾਰ ਹੋ ਰਹੀ ਹੈ। ਇਹ ਬਹੁਤ ਸੁੰਦਰ ਗੁਰੂ ਘਰ ਦਾ ਅਸਥਾਨ ਹੈ, ਪਰ ਕਈ ਇੱਥੇ ਆ ਕੇ ਵੀ ਸ਼ਰਧਾ ਢੂੰਡਦੇ ਨੇ, ਕਮੀਆਂ ਲੱਭਦੇ ਨੇ, ਕਿੰਤੂ ਪ੍ਰੰਤੂ ਕਰਨ ਵਾਲੀਆਂ ਗੱਲਾਂ, ਆਲੋਚਨਾ ਵਾਲੀਆਂ ਗੱਲਾਂ ਪਾੜਦੇ ਰਹਿੰਦੇ ਨੇ। ਉਹਨਾਂ ਦੀ ਹਾਲਤ ਉਸ ਕੀੜੀ ਵਰਗੀ ਹੈ ਜਿਹੜੀ ਸ਼ੀਸ਼ ਮਹਿਲ ਵਿੱਚ ਜਾ ਕੇ ਵੀ ਸ਼ਰਧਾ ਢੂੰਡਦੀ। ਉਹ ਗੁਰੂ ਘਰ ਆ ਕੇ ਵੀ ਕੋਈ ਨਾ ਕੋਈ ਸ਼ਰਧਾ ਢੂੰਡਦੇ ਰਹਿੰਦੇ ਨੇ, ਕਿਸੇ ਗ੍ਰੰਥੀ ਤੇ ਨੁਕਤਾਚੀਨੀ, ਕਿਸੇ ਕੀਰਤਨੀਏ ਤੇ, ਕਿਸੇ ਕਥਾਵਾਚਕ ਤੇ, ਕਿੰਤੂ ਪ੍ਰੰਤੂ ਕਰਨਾ ਇਹ ਉਹਨਾਂ ਦਾ ਸੁਭਾਅ ਜਿਹਾ ਬਣਿਆ ਹੋਇਆ। ਪਰ ਨਹੀਂ, ਗੁਣਾਂ ਦੀ ਸਾਂਝ ਕਰੋ, ਚੰਗੇ ਗੁਣ ਗ੍ਰਹਿਣ ਕਰਕੇ ਲੈ ਜਾਵੋ ਤੇ ਛੋੜ ਅਵਗਣ ਚਲੀਏ। ਜੇ ਕੋਈ ਅਵਗਣ ਦਿਸਦਾ ਵੀ ਹੈ ਕਿਸੇ ਵਿੱਚ, ਉਹਨੂੰ ਛੱਡ ਦਿਓ। ਇਸੇ ਕਰਕੇ ਹਜ਼ੂਰ ਕਹਿੰਦੇ ਨੇ, ਜਦੋਂ ਤੁਸੀਂ ਗੁਰੂ ਦੇ ਮੁਖ ਤੋਂ ਗੁਰੂ ਉਪਦੇਸ਼ ਨੂੰ ਸ਼ਰਧਾ, ਭਾਵਨਾ, ਪਿਆਰ, ਇਕਾਗਰਤਾ, ਸਦ ਭਰੋਸੇ ਦੇ ਨਾਲ ਸੁਣੋਗੇ, ਫਿਰ ਤੁਹਾਨੂੰ ਸਤ ਸੰਤੋਖ ਆਦਿ ਗੁਣ ਪ੍ਰਾਪਤ ਹੋਣਗੇ। ਤੇ ਨਾਲ ਹੀ ਗਿਆਨ ਦੋ ਪ੍ਰਕਾਰ ਦਾ ਹੈ, ਇੱਕ ਪਰੋਕਸ਼ ਗਿਆਨ ਹੈ, ਦੂਸਰਾ ਅਪਰੋਕਸ਼ ਗਿਆਨ ਹੈ। ਪਰੋਕਸ਼ ਗਿਆਨ ਦੇ ਬਾਰੇ ਮਹਾਂਪੁਰਖੇ ਵਿਚਾਰ ਦੱਸਦੇ ਸਨ। ਹੁਣ ਆਪਾਂ ਅੰਦਰ ਬੈਠੇ ਹਾਂ ਗੁਰੂ ਦਰਬਾਰ ਦੇ ਵਿੱਚ, ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ। ਹੁਣ ਸਾਨੂੰ ਬਾਹਰ ਬਾਰੇ ਇੰਨਾ ਪਤਾ ਹੈ ਵੀ ਬਾਹਰ ਹਾਲੇ ਹਨੇਰਾ ਨਹੀਂ ਹੋਇਆ, ਹਾਲੇ ਸੂਰਜ ਅਸਤ ਹੋਣ ਵਾਲਾ ਹੈ, ਕੁਛ ਚਾਨਣ ਹੈ, ਕੁਝ ਰੋਸ਼ਨੀ ਹੈ। ਅੰਦਰ ਬੈਠਿਆਂ ਨੂੰ ਪਤਾ ਹੈ ਹਾਲੇ ਰਾਤ ਨਹੀਂ ਪਈ। ਇਹਨੂੰ ਕਹਿੰਦੇ ਪਰੋਕਸ਼ ਗਿਆਨ। ਅਪਰੋਕਸ਼ ਗਿਆਨ ਉਸ ਨੂੰ ਕਹਿੰਦੇ ਨੇ, ਹੁਣ ਆਪਾਂ ਇੱਥੋਂ ਉੱਠ ਕੇ ਬਾਹਰ ਜਾ ਕੇ ਦੇਖੀਏ ਵੀ ਹਾਂ ਹਾਲੇ ਸੂਰਜ ਦੀ ਟਿੱਕੀ ਖੜੀ ਹੈ, ਹਾਲੇ ਚਾਨਣ ਪ੍ਰਕਾਸ਼ ਦਿਖਾਈ ਦੇ ਰਿਹਾ ਹੈ। ਜਦੋਂ ਬਾਹਰ ਜਾ ਕੇ ਦੇਖਾਂਗੇ ਫਿਰ ਅਪਰੋਕਸ਼ ਗਿਆਨ ਅੰਦਰੋਂ ਉਸ ਨੂੰ ਅਨੁਭਵ ਕਰਨਾ, ਤੇ ਇਸ ਨੂੰ ਪਰੋਕਸ਼ ਗਿਆਨ ਆਖ ਦਿੰਦੇ ਨੇ। ਗਰੀਬਨਵਾਜ ਸਤਿਗੁਰੂ ਜੀ ਕਹਿੰਦੇ ਨੇ, ਇਸੇ ਤਰ੍ਹਾਂ ਜਦੋਂ ਗੁਰੂ ਦੇ ਮੁਖ ਤੋਂ ਆਪਾਂ ਗੁਰਬਾਣੀ ਨੂੰ, ਗੁਰੂ ਉਪਦੇਸ਼ ਨੂੰ ਸਰਵਣ ਕਰਦੇ ਹਾਂ, ਜਿੱਥੇ ਸਤ ਸੰਤੋਖ, ਦਇਆ, ਧਰਮ, ਵਿਚਾਰ ਇਹ ਗੁਣ ਪ੍ਰਾਪਤ ਹੋ ਜਾਂਦੇ ਨੇ, ਉੱਥੇ ਨਾਲ ਪਰੋਕਸ਼ ਤੇ ਅਪਰੋਕਸ਼ ਗਿਆਨ ਵੀ ਪ੍ਰਾਪਤ ਹੋ ਜਾਂਦਾ ਹੈ। ਸੁਣਿਆ 860 ਕਾ ਇਸਨਾਨ। ਗਰੀਬਨਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਜਦੋਂ ਆਪਾਂ ਗੁਰੂ ਦੇ ਮੁਖ ਤੋਂ ਅੰਮ੍ਰਿਤ ਰੂਪ ਬਾਣੀ ਦਾ ਉਪਦੇਸ਼ ਸੁਣਦੇ ਹਾਂ,
ਤੇ ਫਿਰ 68 ਤੀਰਥਾਂ ਦੇ ਇਸ਼ਨਾਨ ਦਾ ਫਲ ਵੀ ਪ੍ਰਾਪਤ ਹੋ ਜਾਂਦਾ। ਕਿਉਂ? ਜਿਹੜੇ ਬਾਹਰਲੇ ਤੀਰਥ ਨੇ ਉਹਨਾਂ ਤੇ ਕੇਵਲ ਪਾਣੀ ਹੈ, ਪਰ ਸਤ ਸੰਗਤ ਰੂਪੀ ਤੀਰਥ ਵਿੱਚ ਜਿੱਥੇ ਤੁਸੀਂ ਬੈਠੇ ਹੋ, ਇੱਥੇ ਸਤਿਗੁਰੂ ਦੀ ਬਾਣੀ ਸੁਣਿਆ, ਮੰਨਿਆ, ਮਨ ਕੀਤਾ ਭਾਉ, ਅੰਤਰਗਤ ਤੀਰਥ ਮਲਣਾ। ਪਾਣੀ ਤੇ ਬਾਣੀ ਦੋ ਬੜੇ ਪਿਆਰੇ ਸ਼ਬਦ ਨੇ। ਪਾਣੀ ਸਾਡੇ ਜੀਵਨ ਦਾ ਆਧਾਰ ਹੈ। ਪਹਿਲਾ ਪਾਣੀ ਜੀਵ ਹੈ, ਜਿਤ ਹਰਿਆ ਸਭ ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਾਤ। पानी पिता जगत का, फिर पानी सब का। ये पानी साडे जीवन का आधार है। तो याद रखो, ये सतगुरु की बाणी है, ये साडी रूह का आत्मिक जीवन का आधार है। पानी बाहरले जीवन का आधार है, तो सतगुरु की बाणी साडे आत्मिक जीवन का, रूहानी जिंदगी का आधार है। इसे लिए जदों कोई भी गुरसिख माई पाई शरधा भावना प्यार दे नाल बैठ के सतगुरु की बाणी नूं सुनदा है, सुनिया 68 का इशनान, मानो उहदा 68 तीर्थां दे विच इशनान हो जाता है। वैसे दुनिया दे विच 68 करोड़ तीर्थ मन्ने ने, जिहड़े हिंदू धर्म के ग्रंथ ने उन्हां विच 68 करोड़ तीर्थां का जिक्र आउंदा है। पर वो कित्थे ने, किहड़े किहड़े ने, की नाम ने, उहदा जिक्र नहीं मिलता। हाँ, उन्हां विचों 68 तीर्थ प्रमुख मन्ने हुए हैं, उन्हां दा नाम भी ते उन्हां दा स्थान भी, उन्हां दा जिक्र सानूं मिल जांदा ग्रंथां विच। पर हजूर कहते ने, जे हुण किसी ने 68 तीर्थां ते जाके भी इशनान करना होवे ते घट तो घट उन्होंने समा 1 साल का लग सकता है। हुण आपां 68 तीर्थां ते जाना है, पहला उन्हां तीर्थां दे बारे सानूं जानकारी हासिल करनी पवेगी। बथेरे तीर्थ भारत विच ने, आर्यावर्त विच ने। हुण उत्थे जाके थां थां ते गड्डियां ते मोटरां ते सफर तय करना पवेगा। पहले समय में पैदल ही यात्रा करनी पैंदी सी। वड्डे महापुरख संत ज्ञानी गुरबचन सिंह जी खालसा पिंडरां वाले एक बार पंजाब तो सचखंड श्री हजूर साहब पैदल गए सन। 40 दिन एक पासे लगे सन जाने वास्ते। ते हुण वो समय के लिहाज के नाल 1 साल का समा कोई बहुता नहीं किया जा सकता। तो फिर जो हम कोई साधन भी जुटा के जाना पवे, उहदे लई खर्च कितना करनी पैनी है। पर सतगुरु कहते ने, गुरसिखो तुसीं होर 68 तीर्थां ते नहाउण वास्ते जाओगे, खर्च खिचड़ सहारोगे, तो तुसीं संगत विच आके गुरु महाराज की हजूरी विच बैठ के बाणी सुन लवो। सुनिया 68 का इशनान, इत्थे बैठिया ही 68 तीर्थां का इशनान हो जाएगा। भाव उन्हां दा फल तुहानूं प्राप्त हो जाएगा। तुहाडे तन ते मन की पवित्रता हो जाएगी। यह बाणी का नाम का महत्व। पानी तन की मैल नूं धोंदा, सतगुरु की बाणी मन की मैल नूं धो देती। निर्मल 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 तेरी बाणी, घट घट सुनी श्रवण बखियां। ये बाणी भी एक अमृत जल है। अमृत बाणी अम्यो रस, अमृत हर का नाम। जदों असीं गुरबाणी नूं सुनदे हां, हजूर कहते 68 तीर्थां का इशनान हो जाता, उन्हां फल प्राप्त हो जाते। अथवा सुनिया 68 का इशनान, बाणी सुनने दे नाल 68 तीर्थां के इशनान का फल सानूं प्राप्त हो जाता है। भाव मन की रूह की पवित्रता हो जाती है। सुनिया
ਪੜ ਪਰ ਪਾਵਹਿ ਮਾਨ। ਗਰੀਬਨ ਵਾਜ ਸਤਿਗੁਰੂ ਜੀ ਕਹਿੰਦੇ ਨੇ, ਜਦੋਂ ਤੁਸੀਂ ਗੁਰਬਾਣੀ ਨੂੰ ਪਿਆਰ ਦੇ ਨਾਲ, ਸ਼ਰਧਾ ਦੇ ਨਾਲ, ਗੌ ਦੇ ਨਾਲ, ਭਾਵਨਾ ਦੇ ਨਾਲ, ਸ਼ਰਧਾ ਤੇ ਵਿਸ਼ਵਾਸ ਦੇ ਨਾਲ ਸੁਣੋਗੇ ਤੇ ਫਿਰ ਜਿਹੜਾ ਧਰਮ ਗ੍ਰੰਥਾਂ ਨੂੰ ਪੜ੍ਹ ਪੜ੍ਹ ਕੇ ਮਾਣ ਆਦਰ ਸਤਿਕਾਰ ਮਿਲਦਾ ਹੈ ਤੇ ਉਹ ਵੀ ਤੁਹਾਨੂੰ ਬਾਣੀ ਸੁਣ ਕੇ ਹੀ ਪ੍ਰਾਪਤ ਹੋ ਜਾਵੇਗਾ। ਸੁਣਿਆ ਪੜ੍ਹ ਪੜ੍ਹ ਪਾਵੈ, ਜਿਸ ਨੂੰ ਵਿਦਵਾਨ ਪੜ੍ਹ ਪੜ੍ਹ ਕੇ ਵਿਦਿਆ ਮਾਣ ਆਦਰ ਹਾਸਲ ਕਰਦੇ ਨੇ ਤੇ ਗੁਰਬਾਣੀ ਸੁਣਨ ਦੇ ਨਾਲ ਤੁਹਾਨੂੰ ਉਹ ਸਤਿਕਾਰ ਸੁਤੇ ਸੇ ਹੀ ਪ੍ਰਾਪਤ ਹੋ ਜਾਵੇਗਾ। ਜਦੋਂ ਆਪਾਂ ਪੁਰਾਤਨ ਜਿਹੜੀ ਵਿਦਿਆ ਸੀ, ਜੇ ਕਿਸੇ ਨੇ ਪੂਰੀ ਵਿਦਿਆ ਪੜ੍ਹਨੀ ਹੁੰਦੀ ਸੀ ਉਹਨੂੰ ਘੱਟ ਤੋਂ ਘੱਟ 40 ਸਾਲ ਦਾ ਸਮਾਂ ਲੱਗਦਾ ਸੀ। ਆ ਜਿਹੜੇ ਕਾਸ਼ੀ ਵਿੱਚ ਪੰਡਤ ਜਾਂਦੇ ਸਨ, ਖਾਸ ਕਰਕੇ ਜਿਹੜਾ ਸੰਸਕ੍ਰਿਤ ਜਿਸ ਨੇ ਪੜ੍ਹਨੀ ਹੋਵੇ ਤੇ ਵੇਦ ਦੇ ਖੱਟ ਅੰਗ ਉਸ ਨੂੰ ਪੜ੍ਹਨੇ ਪੈਂਦੇ ਸਨ। ਜਿਹੜਾ ਸੰਸਕ੍ਰਿਤ ਦਾ ਵਿਆਕਰਨ, 9 ਵਿਆਕਰਨ ਸੰਸਕ੍ਰਿਤ ਦੇ ਮੰਨੇ ਨੇ ਤੇ 5ਵੀਂ ਮੁਨੀ ਦਾ ਵਿਆਕਰਨ ਉਹ ਜ਼ਿਆਦਾ ਪ੍ਰਚਲਿਤ ਹੋਇਆ ਹੋਇਆ, ਪਾਣਨੀ ਮੁਨੀ ਦਾ, ਤੇ ਉਹਨੂੰ ਜ਼ੁਬਾਨੀ ਯਾਦ ਕਰਨਾ ਪੈਂਦਾ ਸੀ। ਜਦੋਂ ਦਾਸ ਮਹਾਂਪੁਰਖ ਸੰਤ ਗਿਆਨੀ ਮੋਹਨ ਸਿੰਘ ਜੀ ਦੇ ਪਾਸੋਂ ਵਿਆਕਰਨ ਪੜ੍ਹ ਰਿਹਾ ਸੀ, ਪਿੰਗਲ ਪ੍ਰਸਤਾਵ ਹੋਰ ਗ੍ਰੰਥ ਪੜ੍ਹ ਰਿਹਾ ਸੀ, ਤਾਂ ਉਸ ਵੇਲੇ ਮਹਾਂਪੁਰਖ ਦੱਸਦੇ ਸਨ, ਜਿਹੜਾ ਸਾਡਾ ਉਸਤਾਦ ਸੀ ਉਹ ਕਹਿੰਦਾ ਹੁੰਦਾ ਸੀ, ਵਿਆਕਰਨ ਖੱਪ ਖੱਪ ਮਰਨ ਕਈ ਡੁੱਬਣ ਤੇ ਕਈ ਤਰਨ। ਵਿਆਕਰਨ ਇਹੋ ਜਿਹਾ ਖੁਸ਼ਕ ਵਿਸ਼ਾ ਹੈ ਕਿ ਜਿਸ ਨੂੰ ਪੜ੍ਹਨਾ ਬਹੁਤ ਹੀ ਔਖਾ ਸੀ। 12 ਸਾਲ ਇੱਕ ਵਿਆਕਰਨ ਪੜ੍ਹਨ ਨੂੰ ਲੱਗ ਜਾਂਦੇ ਸੀ, ਕਿਉਂਕਿ ਸਾਰੇ ਸੂਤਰ ਜ਼ੁਬਾਨੀ ਯਾਦ ਕਰਨੇ ਪੈਂਦੇ ਸੀ। ਇਸ ਕਰਕੇ ਉਹਨਾਂ ਗ੍ਰੰਥਾਂ ਨੂੰ ਪੜ੍ਹਨਾ, ਹੁਣ 40 ਸਾਲ ਦਾ ਸਮਾਂ, ਫਿਰ ਬੁੱਧੀ ਵੀ ਉਜਲ ਤੇ ਪਰਿਵਾਰ ਤੋਂ ਦੂਰ ਰਹਿਣਾ ਕਿੰਨਾ ਮੁਸ਼ਕਲ ਸੀ। ਪਰ ਸਾਡੇ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਐਸੀ ਮਿਹਰ ਕੀਤੀ ਆ, ਗੁਰਸਿੱਖੋ ਤੁਹਾਨੂੰ ਕਿਧਰੇ ਜਾਣ ਦੀ ਲੋੜ ਹੀ ਨਹੀਂ। ਤੁਸੀਂ ਗੁਰੂ ਮਹਾਰਾਜ ਦੀ ਬਾਣੀ ਪੜ੍ਹੋ, ਬਾਣੀ ਦੀ ਸੰਥਿਆ ਲਓ ਤੇ ਬਾਣੀ ਨੂੰ ਸੁਣੋ, ਤੇ ਸੁਣ ਕੇ ਹੀ ਤੁਹਾਨੂੰ ਸਭ ਕੁਝ ਪ੍ਰਾਪਤ ਹੋ ਸਕਦਾ। ਸੁਣਿਆ ਪੜ੍ਹ ਪੜ੍ਹ ਪਾਵੈ ਹੈ ਮਾਨ। ਇੱਕ ਮਹਾਂਪੁਰਖਾਂ ਦੇ ਜਥੇ ਵਿੱਚ ਗੁਰਮੁਖ ਪਿਆਰਾ ਆਇਆ ਸੀ, ਉਹਦਾ ਨਾਮ ਸੀ ਪੰਡਤ ਜਗੀਰ ਸਿੰਘ। ਉਹ ਪਹਿਲਾਂ ਹਰਿਦੁਆਰ ਸੰਸਕ੍ਰਿਤ ਪੜ੍ਹਨ ਵਾਸਤੇ ਗਿਆ ਸੀ। ਕੁਝ ਸਮਾਂ ਉਹਨੇ ਸੰਸਕ੍ਰਿਤ ਪੜ੍ਹੀ ਨਿਰਮਲਿਆਂ ਦੇ ਡੇਰੇ ਵਿੱਚ, ਤੇ ਫਿਰ ਜਿਹੜਾ ਉਹਦਾ ਉਸਤਾਦ ਸੀ ਉਹ ਕਹਿਣ ਲੱਗਾ, ਭਲਿਆ ਲੋਕਾਂ ਤੂੰ ਇੱਧਰ ਟਾਈਮ ਕਿਉਂ ਖਰਾਬ ਕਰਦਾ, ਤੂੰ ਜਾ ਕੇ ਗੁਰਬਾਣੀ ਦੀ ਸੰਥਿਆ ਕਰ ਲੈ। ਇੱਥੇ ਤਾਂ 40 ਸਾਲ ਪੜ੍ਹ ਕੇ ਵੀ ਭੁੱਖਾ ਮਰਨਾ ਪੈਣਾ, ਤੇ ਉਧਰ ਗੁਰਬਾਣੀ ਦੀ ਸੰਥਿਆ ਕਰ ਲਵੇਂਗਾ ਤੇ ਭੁੱਖਾ ਨਹੀਂ ਮਰੇਗਾ, ਤੇ ਉੱਤੇ ਪਾਠ ਇੰਨੇ ਨੇ ਤੇ ਰੌਲਾ ਨਹੀਂ ਮਿਲਦੀਆਂ, ਤੇ ਤੇਰਾ ਵੱਧ ਤੋਂ ਵੱਧ ਸਤਿਕਾਰ ਹੋਵੇਗਾ, ਮਾਇਆ ਵੀ ਮਿਲੇਗੀ, ਰੁਜ਼ਗਾਰ ਵੀ ਮਿਲੇਗਾ ਤੇ ਸਤਿਕਾਰ ਵੀ ਮਿਲੇਗਾ। ਇਹ ਹੈ ਬਾਣੀ ਦਾ ਮਹੱਤਵ। ਸੁਣਿਆ ਪੜ੍ਹ ਪੜ੍ਹ ਪਾਵੈ ਹੈ ਮਾਨ। ਜਿਹੜੇ ਹੋਰ ਗ੍ਰੰਥਾਂ ਨੂੰ ਪੜ੍ਹ ਪੜ੍ਹ ਕੇ ਮਾਣ ਆਦਰ ਤੇ ਸਤਿਕਾਰ ਮਿਲਦਾ ਹੈ, ਪਰ ਸਤਿਗੁਰੂ ਦੀ ਬਾਣੀ ਨੂੰ ਪ੍ਰੇਮ ਦੇ ਨਾਲ ਸੁਣਿਆ ਹੀ ਉਹ ਮਾਣ ਉਹ ਸਤਿਕਾਰ ਪ੍ਰਾਪਤ ਹੋ ਜਾਂਦਾ ਹੈ। ਸੁਣਿਆ ਲਾਗੈ ਸਹਿਜ ਧਿਆਨ। ਗਰੀਬਨ ਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਗੁਰਸਿੱਖੋ ਜਦੋਂ ਸ਼ਰਧਾ ਭਾਵਨਾ ਪਿਆਰ ਦੇ ਨਾਲ ਬੈਠ ਕੇ ਗੁਰਬਾਣੀ ਨੂੰ, ਗੁਰਬਾਣੀ ਦੇ ਵਿਚਾਰ ਨੂੰ, ਗੁਰੂ ਉਪਦੇਸ਼ ਨੂੰ ਸਰਵਣ ਕਰੋਗੇ ਤੇ ਫਿਰ ਤੁਹਾਡਾ ਲਾਗੈ ਸਹਿਜ ਧਿਆਨ। ਸਹਿਜ ਤੋਂ ਭਾਵ ਹੈ ਤੁਰਿਆ ਅਵਸਥਾ, ਜਿਸ ਨੂੰ ਚੌਥਾ ਪਦ ਵੀ ਆਖੇ। ਰਜਗੁਣ ਤਮਗੁਣ ਸਤਗੁਣ ਕਹੀ ਹੈ, ਇਹ ਤੇਰੀ ਸਭ ਮਾਇਆ। ਚੌਥੇ ਪਦ ਕੋ ਜੋ ਨਾ ਕੀਨੈ ਤਿਨ ਹੀ ਪਰਮ ਪਦ ਪਾਇਆ। ਉਸ ਨੂੰ ਤੁਰਿਆ ਅਵਸਥਾ ਵੀ ਵਿਦਵਾਨਾਂ ਨੇ ਲਿਖੀ। ਜਾਗਰਤ ਸੁਪਨ ਸੁਖੋਪਤ ਤੁਰਿਆ ਆਤਮ ਪੂਪਤ ਕੀ ਜੇ ਪੁਰੀਆ। ਇਹ ਆਤਮਾ ਦੀਆਂ 4 ਪੁਰੀਆਂ ਨੇ,
ਚਾਰ ਇਸਦੀਆਂ ਰਾਜਧਾਨੀਆਂ ਨੇ ਜਿੱਥੇ ਸਾਡੀ ਰੂਹ ਸਾਡੀ ਆਤਮਾ ਵਿਚਰਦੀ ਹੈ। ਇੱਕ ਜਾਗਰਤ ਅਵਸਥਾ ਹੈ, ਇੱਕ ਸੁਪਨ ਅਵਸਥਾ ਹੈ, ਤੀਜੀ ਸੁਖੋਪਤ ਅਵਸਥਾ ਗਾੜੀ ਨੇ ਤੇ ਚੌਥੀ ਤੁਰਿਆ ਸਾਖੀ ਭਾਵ ਵਾਲੀ ਅਵਸਥਾ ਹੈ। ਉਹਨੂੰ ਕਹਿੰਦੇ ਨੇ ਚੌਥਾ ਪਦ ਤੁਰਿਆ ਪਦ। ਉਸੇ ਨੂੰ ਹਜ਼ੂਰ ਨੇ ਇੱਥੇ ਸਹਿਜ ਪਦ ਦਾ ਨਾਮ ਦਿੱਤਾ। ਸੁਣਿਆ ਲੱਗਾ ਸਹਿਜ ਧਿਆਨ। ਜਦੋਂ ਧਿਆਨ ਦੇ ਨਾਲ ਪਿਆਰ ਦੇ ਨਾਲ ਬਾਣੀ ਨੂੰ ਗੁਰ ਉਪਦੇਸ਼ ਨੂੰ ਸੁਣੋਗੇ ਤੇ ਤੁਹਾਡਾ ਸਹਿਜ ਅਵਸਥਾ ਦੇ ਵਿੱਚ ਧਿਆਨ ਜੁੜ ਜਾਵੇਗਾ। ਤੁਰਿਆ ਅਵਸਥਾ ਦੇ ਵਿੱਚ ਆਤਮਕ ਅਡੋਲ ਅਵਸਥਾ ਦੇ ਵਿੱਚ ਤੁਹਾਡਾ ਧਿਆਨ ਲੱਗ ਜਾਵੇਗਾ। ਫਿਰ ਹੋਰ ਕੀ ਚਾਹੀਦਾ? ਬਾਣੀ ਸੁਣਦਿਆਂ ਜਦੋਂ ਸੁਰਤ ਸ਼ਬਦ ਨਾਲ ਜੁੜੇਗੀ ਤੇ ਤੁਹਾਡਾ ਸਹਿਜ ਪਦ ਵਿੱਚ ਧਿਆਨ ਜੁੜ ਜਾਵੇਗਾ। ਇਹ ਬਹੁਤ ਉੱਚੀ ਆਤਮਕ ਅਵਸਥਾ ਹੈ, ਇਹ ਤੁਹਾਨੂੰ ਪ੍ਰਾਪਤ ਹੋ ਜਾਵੇਗੀ। ਨਾਨਕ ਭਗਤਾ ਸਦਾ ਵਿਗਾਸ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਗਤਾਂ ਜਿਹੜੇ ਭਾਈ ਨਾਮ ਦੇ ਨਾਲ ਜੁੜੇ ਹੋਏ ਨੇ। ਸੁਣਿਆ ਦਾ ਅਰਥ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਕੀਤਾ ਹੈ ਵੀ ਜਦੋਂ ਅਸੀਂ ਆਪਣੀ ਸੁਰਤ ਨੂੰ ਸ਼ਬਦ ਨਾਲ ਜੋੜਦੇ ਹਾਂ, ਸੁਣਿਆ ਦਾ ਇਹ ਸੁਰਤ ਨੂੰ ਸ਼ਬਦ ਨਾਲ ਜੋੜ ਕੇ ਸੁਣਨਾ, ਇਹਦਾ ਵੱਖਰਾ ਮਹਾਤਮ ਹੈ। ਜਦੋਂ ਸੁਰਤ ਸ਼ਬਦ ਨਾਲ ਜੁੜ ਜਾਵੇ ਤੇ ਫਿਰ ਸਹਿਜ ਅਵਸਥਾ ਵਿੱਚ ਧਿਆਨ ਜੁੜਦਾ ਹੈ। ਤੇ ਜਦੋਂ ਕੋਈ ਨਾਮ ਦੇ ਨਾਲ ਸ਼ਬਦ ਨਾਲ ਜੁੜ ਜਾਵੇ, ਨਾਨਕ ਭਗਤਾਂ ਸਦਾ ਵਿਗਾਸ, ਤੇ ਉਹਨਾਂ ਭਗਤਾਂ ਨੂੰ ਨਿਤ ਦਾ ਖੇੜਾ ਪ੍ਰਾਪਤ ਹੋ ਜਾਂਦਾ ਹੈ। ਅੰਧੋ ਅੰਧ ਕਨਾ ਮੈਂ ਸੋ ਪ੍ਰਭ ਡੀਠਾ ਰਹਾ। ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੈ ਨਾਲ ਬਿਨੋਦ ਕੋੜ ਆਨੰਦ। ਉਹ ਹੈ ਵਿਗਾਸ ਖੇੜੇ ਵਾਲੀ ਅਵਸਥਾ। ਕਿਸੇ ਵਿਦਵਾਨ ਨੇ ਲਿਖਿਆ, ਸਦਾ ਦੁਆਲੀ ਸਾਧ ਕੀ ਅਠੀ ਪੈਰ ਬਸੰਤ। ਸ਼੍ਰੀਮਾਨ ਸੰਤ ਬਾਬਾ ਬਿਸ਼ਨ ਸਿੰਘ ਜੀ ਮੁਰਾਲੇ ਵਾਲੇ, ਜਿਹੜੇ ਦਮਦਮੀ ਟਕਸਾਲ ਦੇ 10ਵੇਂ ਮੁਖੀ ਸਨ, ਇੱਕ ਦਿਨ ਦੀਵਾਲੀ ਦਾ ਦਿਨ ਸੀ। ਉਹ ਆਪਣੀ ਅਸਥਾਨ ਤੇ ਆਪਣੇ ਕਮਰੇ ਦੇ ਵਿੱਚ ਬੈਠੇ ਸਨ, ਆਨੰਦ ਵਿੱਚ ਬੈਠੇ ਸਨ। ਸਿਮਰਤ ਸਮਾਧੀ ਵਿੱਚ ਸੁਰਤ ਜੁੜੀ ਹੋਈ ਸੀ। ਬਾਹਰ ਸੰਤਾਂ ਨੇ ਦੀਪਮਾਲਾ ਕੀਤੀ, ਬੜੀ ਸੋਹਣੀ ਰੋਸ਼ਨੀ ਦਾ ਪ੍ਰਬੰਧ ਕੀਤਾ ਹੈ। ਇੱਕ ਸੇਵਾਦਾਰ ਆਇਆ ਤੇ ਆ ਕੇ ਕਹਿਣ ਲੱਗਾ, ਮਹਾਂਪੁਰਖੋ ਬਾਹਰ ਨਿਕਲ ਕੇ ਦੇਖੋ ਕਿੰਨੀ ਸੋਹਣੀ ਦੀਪਮਾਲਾ ਹੈ, ਕਿੰਨੀ ਸੋਹਣੀ ਰੋਸ਼ਨੀ ਹੈ। ਮਹਾਂਪੁਰਖ ਚੁੱਪ ਰਹੇ, ਕੋਈ ਜਵਾਬ ਨਾ ਦਿੱਤਾ। ਉਹ ਆਪਣੇ ਆਨੰਦ ਵਿੱਚ ਬੈਠੇ ਸਨ। ਉਹ ਫਿਰ ਆਇਆ ਗੇੜਾ ਕੱਢ ਕੇ, ਕਈਆਂ ਦਾ ਸੁਭਾਅ ਹੁੰਦਾ। ਆ ਕੇ ਕਹਿਣ ਲੱਗਾ, ਮਹਾਂਪੁਰਖੋ ਬਾਹਰ ਨਿਕਲ ਕੇ ਦੇਖੋ ਕਿਵੇਂ ਜਗਮਗ ਹੋ ਰਹੀ ਹੈ। ਸਾਰੇ ਪਾਸੇ ਰੋਸ਼ਨੀ ਦਿਖਾਈ ਦੇ ਰਹੀ ਹੈ, ਦੀਪਮਾਲਾ ਕੀਤੀ ਹੋਈ ਹੈ। ਮਹਾਂਪੁਰਖ ਕਹਿਣ ਲੱਗੇ, ਭਾਈ ਤੂੰ ਹੀ ਦੇਖ ਲੈ ਜਾ ਕੇ, ਜੇ ਤੈਨੂੰ ਦੀਪਮਾਲਾ ਰੋਸ਼ਨੀ ਬਹੁਤ ਹੀ ਚੰਗੀ ਲੱਗਦੀ ਤੂੰ ਜਾ ਕੇ ਵੇਖ ਲੈ। ਫਿਰ ਤੀਜੀ ਵਾਰੀ ਗੇੜਾ ਕੱਢ ਕੇ ਆ ਗਿਆ, ਕਹਿੰਦਾ ਜੇ ਤੁਸੀਂ ਬਾਹਰ ਨਿਕਲ ਕੇ ਦੇਖ ਲਓਗੇ ਤਾਂ ਕੀ ਹਰਜ ਹੈ, ਇੰਨੀ ਸੋਹਣੀ ਦੀਪਮਾਲਾ ਕੀਤੀ ਹੋਈ ਹੈ, ਤੁਸੀਂ ਆ ਕੇ ਬਾਹਰ ਨਿਕਲ ਕੇ ਦੇਖ ਲਓ। ਮਹਾਂਪੁਰਖ ਬੜੇ ਥੰਮੇ, ਬੜੇ ਧੀਰੇ ਤੇ ਬੜੇ ਪਿਆਰ ਦੇ ਵਿੱਚ ਵਜਦ ਵਿੱਚ ਆ ਕੇ ਕਹਿਣ ਲੱਗੇ, ਭਲਿਆ ਲੋਕਾ, ਜਦ ਤੋਂ ਅੰਤਰ ਆਤਮਾ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਦਰਸ਼ਨ ਦੀਦਾਰ ਹੁੰਦੇ ਨੇ ਤੇ ਫਿਰ ਬਾਹਰ ਕੁਛ ਵੀ ਦੇਖਣ ਨੂੰ ਦਿਲ ਨਹੀਂ ਕਰਦਾ। ਬਸ ਜੋ ਕੁਛ ਅੰਦਰ ਆਨੰਦ ਬਣਿਆ ਹੋਇਆ, ਧਿਆਨ ਬਾਹਰ ਜਾਂਦਾ ਹੀ ਨਹੀਂ, ਨਿਗਾਹ ਬਾਹਰ ਜਾਂਦੀ ਹੀ ਨਹੀਂ। ਤੂੰ ਇਸ ਦੀਪਮਾਲਾ ਦੀ ਗੱਲ ਕਰਦਾ, ਭਲਿਆ ਲੋਕਾਂ, ਅਸੀਂ ਤੇ ਕਦੇ ਚੰਦਰਮਾ ਤੇ ਸੂਰਜ ਨੂੰ ਵੀ ਨਹੀਂ ਵੇਖਿਆ। ਕੋਟ ਸੂਰ ਨਾਨਕ ਪ੍ਰਗਾਸ, ਜਿਨ੍ਹਾਂ ਨੂੰ ਅੰਦਰੋਂ ਹੀ ਕਰੋੜਾਂ ਸੂਰਜਾਂ ਦਾ ਪ੍ਰਕਾਸ਼ ਬ੍ਰਹਮ ਗਿਆਨ ਪ੍ਰਾਪਤ ਹੋ ਜਾਵੇ ਤੇ ਫਿਰ ਉਹਨਾਂ ਨੇ ਬਾਹਰਲੀਆਂ ਰੋਸ਼ਨੀਆਂ ਨੂੰ ਵੇਖ ਕੇ ਕੀ ਲੈਣਾ। ਇਹ ਹੈ ਨਾਨਕ ਭਗਤਾਂ ਸਦਾ ਵਿਗਾਸ ਵਾਲੀ ਅਵਸਥਾ। ਉਹਨਾਂ ਨੂੰ ਹਮੇਸ਼ਾ ਲਈ ਆਨੰਦ ਤੇ ਖੇੜੇ ਵਾਲੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਸੁਣਿਆ ਦੁਖ ਪਾਪ ਕਾ ਨਾਸ। ਬਨਵਾਸ ਸਤਿਗੁਰੂ ਜੀ ਫਰਮਾਉਂਦੇ ਨੇ, ਸੁਣਿਆ
ਜਦੋਂ ਕੋਈ ਸ਼ਰਧਾ, ਭਾਵਨਾ, ਪਿਆਰ, ਵਿਚਾਰ ਇਕਾਗਰਤਾ ਦੇ ਨਾਲ ਗੁਰ ਉਪਦੇਸ਼ ਨੂੰ, ਗੁਰਬਾਣੀ ਨੂੰ ਸੁਣਦਾ ਹੈ, ਫਿਰ ਦੁੱਖਾਂ ਤੇ ਪਾਪਾਂ ਦਾ ਨਾਸ਼ ਹੋ ਜਾਂਦਾ ਹੈ। ਦਾਸ ਨੇ ਕੱਲ੍ਹ ਵੀ ਬੇਨਤੀ ਕੀਤੀ ਸੀ, ਦੁੱਖਾਂ ਦਾ ਬੀਜ ਪਾਪ ਨੇ। ਪਾਪ ਤੋਂ ਮੁਰਾਦ ਹੈ ਜਦੋਂ ਅਸੀਂ ਮਾੜੇ ਕੰਮ ਕਰਦੇ ਹਾਂ, ਕਿਸੇ ਲਈ ਬੁਰਾ ਸੋਚਦੇ, ਇਹ ਪਾਪ ਹੈ। ਝੂਠ ਬੋਲਣਾ ਪਾਪ ਹੈ, ਚੋਰੀ ਕਰਨੀ ਪਾਪ ਹੈ, ਕਿਸੇ ਨਾਲ ਧੋਖਾ ਕਰਨਾ, ਠੱਗੀ ਕਰਨੀ ਪਾਪ ਹੈ। ਜਦੋਂ ਅਸੀਂ ਕੋਈ ਇਹੋ ਜਿਹੇ ਭੈੜੇ ਕੰਮ ਕਰਦੇ ਹਾਂ, ਇਹ ਦੁੱਖਾਂ ਦਾ ਬੀਜ ਬੀਜਦੇ। ਜਿਹਾ ਬੀਜਾ ਸੋਨੂੰ ਕਰਮਾ ਸੰਦੜਾ ਕੇ, ਤੇ ਪਾਪਾਂ ਦਾ ਫਲ ਦੁੱਖ ਨੇ। ਦੁੱਖਾਂ ਦਾ ਬੀਜ ਪਾਪ ਨੇ, ਪਾਪਾਂ ਦਾ ਫਲ ਦੁੱਖ ਹੁੰਦੇ ਨੇ। ਜਦੋਂ ਕੋਈ ਵੀ ਗੁਰਸਿੱਖ ਮਾਈ ਪਾਈ ਸ਼ਰਧਾ, ਭਾਵਨਾ, ਪਿਆਰ ਦੇ ਨਾਲ ਸਤਿਗੁਰੂ ਦੀ ਬਾਣੀ ਨੂੰ ਪੜ੍ਹਦਾ ਤੇ ਸੁਣਦਾ ਅਥਵਾ ਸੁਣਿਆ, ਸੁਰਤ ਨੂੰ ਜੋੜ ਕੇ ਸ਼ਬਦ ਨਾਲ, ਪ੍ਰੇਮ ਦੇ ਨਾਲ ਬਾਣੀ ਨੂੰ ਸੁਣਦਾ ਤੇ ਫਿਰ ਉਹਦੇ ਦੁੱਖਾਂ ਪਾਪਾਂ ਦਾ ਨਾਸ਼ ਹੋ ਜਾਂਦਾ। ਸਾਰੇ ਕਾਰਨ ਤੇ ਕਾਰਜ ਨਾਸ਼ ਹੋ ਜਾਂਦੇ ਨੇ ਤੇ ਨਾ ਪਾਪਾਂ ਦਾ ਸੰਸਕਾਰ ਦਾ ਬੀਜ ਹੀ ਉੱਗੇ ਤੇ ਨਾ ਹੀ ਪਾਪਾਂ ਦਾ ਫਲ, ਕਦੀ ਦੁੱਖ ਉਸ ਨੂੰ ਸਹਾਰਨਾ ਪਵੇ ਤੇ ਹਮੇਸ਼ਾ ਲਈ ਨਾਨਕ ਭਗਤਾਂ ਸਦਾ ਵਿਗਾਸ ਵਾਲੀ ਅਵਸਥਾ ਉਸ ਨੂੰ ਪ੍ਰਾਪਤ ਹੋ ਜਾਂਦੀ ਹੈ। ਇਹ ਹੈ ਸਰਵਣ ਦਾ ਮਹਾਤਮ ਤੀਜੀ ਪੌੜੀ ਵਿੱਚ ਜੋ ਆਪ ਸੰਤਾਂ ਨੇ ਸਰਵਣ ਕੀਤਾ ਹੈ। ਕ੍ਰਮ ਅਨੁਸਾਰ ਇੱਥੇ 10 ਪੌੜੀਆਂ ਹੋ ਚੁੱਕੀਆਂ ਨੇ, ਇੱਕ ਪੌੜੀ ਸਰਵਣ ਦੀ ਰਹਿੰਦੀ ਹੈ। ਉਹਦੀ ਵਿਚਾਰ ਆਪ ਸੰਤਾਂ ਨੇ ਕੱਲ੍ਹ ਦੇ ਦੀਵਾਨ ਦੇ ਵਿੱਚ ਸਰਵਣ ਕਰਨੀ ਹੈ। ਹੁਣ ਜੋ ਵੀ ਆਪਾਂ ਵਿਚਾਰਾਂ ਕੀਤੀਆਂ ਨੇ ਉਹਨਾਂ ਨੂੰ ਸੰਤਾਂ ਨੇ ਸੁਣਿਆ ਤੇ ਆਪਣੇ ਜੀਵਨ ਵਿੱਚ ਵਸਾਇਆ। ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਇਹ ਜਿਹੜਾ ਹਫਤਾ ਹੈ, ਜੂਨ ਦਾ ਪਹਿਲਾ ਹਫਤਾ, ਇਹ 1984 ਸੱਚਖੰਡ ਸ੍ਰੀ ਦਰਬਾਰ ਸਾਹਿਬ ਅਤੇ ਸਾਡੇ ਸਿੱਖਾਂ ਦੇ ਸੁਪਰੀਮ ਤਖਤ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ 1984 ਦੇ ਵਿੱਚ ਕੌਮ ਦੇ ਨਤਾਰਕ ਜਰਨੈਲ, ਮਰਦ ਮੁਜਾਹਦ, ਸੰਤ ਸਿਪਾਹੀ, ਪੂਰਨ ਖਾਲਸਾ ਸ਼੍ਰੀਮਾਨ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਦੀ ਅਗਵਾਈ ਵਿੱਚ ਜਿਨ੍ਹਾਂ ਨੇ ਮਹਾਨ ਕੁਰਬਾਨੀਆਂ ਕੀਤੀਆਂ, ਇਹ ਉਹਨਾਂ ਮਹਾਨ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਇਹ ਦੀਵਾਨ ਸਜਾਏ ਜਾ ਰਹੇ ਹਨ। ਗੁਰਬਾਣੀ ਦੇ ਕੀਰਤਨ, ਕਥਾ ਦੇ ਸਮਾਗਮ ਹੋ ਰਹੇ ਹਨ। ਇਸੇ ਤਰ੍ਹਾਂ 7 ਜੂਨ ਤੱਕ ਇਹ ਪੂਰਾ ਹਫ਼ਤਾ ਗੁਰਬਾਣੀ ਦਾ ਕੀਰਤਨ, ਗੁਰਬਾਣੀ ਦੇ ਪ੍ਰਵਾਹ ਚੱਲਣੇ ਹਨ। ਆਪ ਸੰਤਾਂ ਆਪ ਵੀ ਆਓ, ਹੋਰਨਾਂ ਸੰਤਾਂ ਨੂੰ ਵੀ ਨਾਲ ਲਿਆਓ, ਗੁਰਬਾਣੀ ਦੇ ਕੀਰਤਨ ਕਥਾ ਦੇ ਲਾਹੇ ਪ੍ਰਾਪਤ ਕਰੋ ਤੇ ਜੀਵਨ ਨੂੰ ਸਫਲਾ ਬਣਾਓ। ਸਾਰੀਆਂ ਸੰਤਾਂ ਦਾ ਬਹੁਤ ਬਹੁਤ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਨਾਨਕ ਭਗਤਾ ਸਦਾ ਵਿਗਾਸ, ਸੁਣੈ ਦੁਖ ਪਾਪ ਕਾ ਨਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਉਹਨਾਂ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਆਪਾਂ ਸਮੂਹ ਸੰਤਾਂ ਨੇ ਰਲ ਮਿਲ ਕੇ ਚੌਪਈ ਸਾਹਿਬ ਜੀ ਦਾ ਪਾਠ ਕਰਨਾ ਤੇ ਸਭ